ਸਤਿ ਸ਼੍ਰੀ ਅਕਾਲ। ਇੰਡੀਆ ਪਲੱਸ USA ਦੇਖ ਰਹੇ ਸਭ ਦਰਸ਼ਕਾਂ ਦਾ ਮੈਂ ਮਨਪ੍ਰੀਤ ਕੌਰ ਸਵਾਗਤ ਕਰਦੀ ਹਾਂ। ਮੇਰਾ ਤਾਂ ਹਰ ਕੰਮ ਖੜ ਕੇ ਦੜਕੇ ਨਾਲ ਹੀ ਹੁੰਦਾ ਹੈ। ਟਿਕਟ ਮਿਲਣ ਮਗਰੋਂ ਸਿੱਧੂ ਮੂਸੇਵਾਲੇ ਦਾ ਆਇਆ ਵੱਡਾ ਬਿਆਨ। ਸਾਬਕਾ ਵਿਧਾਇਕ ਫੁਲਕਾ ਦਾ SGPC ਦੇ ਪ੍ਰਧਾਨ ਨੂੰ ਲੈ ਕੇ ਆਇਆ ਵੱਡਾ ਬਿਆਨ। ਭਗਵੰਤ ਮਾਨ ਵੱਲੋਂ ਚੋਣ ਕਮਿਸ਼ਨ ਨੂੰ ਅਪੀਲ, ਕਿਹਾ ਬਦਲੀ ਜਾਵੇ ਚੋਣਾਂ ਦੀ ਤਰੀਕ। ਜੇਲ੍ਹ 'ਚ ਬੰਦ ਖਹਿਰਾ ਨੂੰ ਟਿਕਟ ਮਿਲਣ ਮਗਰੋਂ ਮਹਿਤਾਬ ਖਹਿਰਾ ਦਾ ਆਇਆ ਵੱਡਾ ਬਿਆਨ। ਸੰਯੁਕਤ ਕਿਸਾਨ ਮੋਰਚੇ ਦਾ ਵੱਡਾ ਫੈਸਲਾ, ਚੋਣ ਲੜਨ ਵਾਲੀਆਂ 22 ਕਿਸਾਨ ਜਥੇਬੰਦੀਆਂ ਨਾਲ ਤੋੜਿਆ ਨਾਤਾ। ਕੈਬਨਿਟ 'ਚੋਂ ਬਰਖਾਸਤ ਹੋਣ ਤੇ ਰੋਏ BJP ਦੇ ਮੰਤਰੀ, ਕਿਹਾ ਇੰਨੇ ਵੱਡੇ ਫੈਸਲੇ ਤੋਂ ਪਹਿਲਾਂ ਕੁਝ ਨਹੀਂ ਦੱਸਿਆ। ਸਪਾ 'ਚ ਸ਼ਾਮਿਲ ਹੋਏ ਦਾਰਾ ਸਿੰਘ ਚੌਹਾਨ, ਅਖਿਲੇਸ਼ ਯਾਦਵ ਬੋਲੇ ਝੂਠੇ ਸਰਵੇ ਦਿਖਾ ਰਹੀ ਹੈ ਸਰਕਾਰ। ਕੀ ਕੱਲ ਹੋਵੇਗਾ ਆਪ ਦੇ CM ਚਿਹਰੇ ਦਾ ਐਲਾਨ? ਸੁਣੋ ਕੌਣ ਹੋਵੇਗਾ ਆਪ ਦਾ CM ਚਿਹਰਾ। ਪੰਜਾਬ 'ਚ ਆਪ ਨੂੰ ਵੱਡਾ ਝਟਕਾ, ਫਿਰੋਜ਼ਪੁਰ ਦੇ ਉਮੀਦਵਾਰ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫਾ। ਚੋਣ ਕਮਿਸ਼ਨ ਦਾ ਐਲਾਨ, ਪੰਜਾਬ 'ਚ ਹੁਣ 14 ਦੀ ਥਾਂ 20 ਫਰਵਰੀ ਨੂੰ ਪੈਣਗੀਆਂ ਵੋਟਾਂ। ਆਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਇਸ ਪਹਿਲੀ ਵੱਡੀ ਖਬਰ ਤੋਂ। ਮੇਰਾ ਤਾਂ ਹਰ ਕੰਮ ਖੜ ਕੇ ਦੜਕੇ ਨਾਲ ਹੀ ਹੁੰਦਾ ਹੈ। ਟਿਕਟ ਮਿਲਣ ਮਗਰੋਂ ਸਿੱਧੂ ਮੂਸੇਵਾਲੇ ਦਾ ਆਇਆ ਵੱਡਾ ਬਿਆਨ। ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ 86 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ, ਜਿਸ ਵਿੱਚ CM ਚਰਨਜੀਤ ਚੰਨੀ, ਸੁਖਜਿੰਦਰ ਰੰਧਾਵਾ, ਪ੍ਰਤਾਪ ਬਾਜਵਾ ਸਮੇਤ ਕਈ ਦਿਗਗਜਾਂ ਦੇ ਨਾਂ ਸ਼ਾਮਿਲ ਹਨ। ਇਸੇ ਵਿਚਕਾਰ ਪਿਛਲੇ ਕੁਝ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣੇ ਮੋਗਾ ਅਤੇ ਮਾਨਸਾ ਵਿਧਾਨ ਸਭਾ ਹਲਕਿਆਂ 'ਚ ਕਾਂਗਰਸ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ ਦੌਰਾਨ ਮੋਗਾ ਤੋਂ ਹਰਜੋਤ ਕਮਲ ਦੀ ਥਾਂ ਤੇ ਮਾਲਵਿਕਾ ਸੂਦ ਨੂੰ ਟਿਕਟ ਦਿੱਤੀ ਗਈ ਹੈ, ਜਦਕਿ ਕਾਂਗਰਸ ਨੇ ਪੰਜਾਬੀ ਗਾਇਕ ਅਤੇ ਅਦਾਕਾਰ ਸਿੱਧੂ ਮੂਸੇਵਾਲਾ ਨੂੰ ਮਾਨਸਾ ਤੋਂ ਟਿਕਟ ਦੇ ਦਿੱਤੀ ਹੈ। ਇਸੇ ਵਿਚਾਲੇ ਟਿਕਟ ਮਿਲਣ ਤੋਂ ਬਾਅਦ ਸਿੱਧੂ ਮੂਸੇਵਾਲੇ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਕੀ ਹਾਲ ਚਾਲ ਹੈ? ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅੱਜ ਕਾਫੀ ਟਾਈਮ ਬਾਅਦ ਲਾਈਵ, ਕਾਫੀ ਸਮੇਂ ਬਾਅਦ ਤੈਨੂੰ ਆ ਜਾਓ ਵੀਰੇ, ਜਿਹੜੇ ਮੇਰਾ ਭਰਾ ਜੀ ਆਈ ਜਾਂਦੇ ਲਾਈਵ 3000 ਆਓ ਜੀ, ਆਓ 14000 ਭਾਜੀ ਕੀ ਹਾਲ ਚਾਲ? ਬਹੁਤ ਵਧੀਆ ਵੀਰੇ, ਬਹੁਤ ਵਧੀਆ ਜੀ। 27000 ਉਹ ਠੀਕ ਠਾਕ ਹੋ? ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਸਾਰੇ ਤੰਦਰੁਸਤ ਹੋਵੋਗੇ। ਹਾਂਜੀ, ਬੇਨਤੀ ਇਹ ਸੀਗੀ ਬਾਈ, ਮੈਂ ਜ਼ਿਆਦਾ ਟਾਈਮ ਲਾਈਵ ਜ਼ਿਆਦਾ ਥੋੜਾ ਟਾਈਮ ਨਹੀਂ ਲਾਉਂਗਾ। ਬਸ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਚਾਹੁੰਦਾ ਸੀਗਾ, ਸ਼ੇਅਰ ਕਰਨੀ ਚਾਹੁੰਦਾ ਸੀ। ਮੈਨੂੰ ਬਾਹਰੋਂ ਅੰਦਰੋਂ ਬਹੁਤ ਲੋਕਾਂ ਦੇ ਮੈਸੇਜ ਫੋਨ ਆ ਰਹੇ ਨੇ, ਬਾਈ ਡਿਊਟੀ ਦਿਓ ਸਾਨੂੰ, ਇਲੈਕਸ਼ਨਸ ਨੇ, ਅਸੀਂ ਆਉਣਾ ਚਾਹੁੰਦੇ ਹਾਂ, ਅਸੀਂ ਮਿਲਣਾ ਚਾਹੁੰਦੇ ਹਾਂ, ਅਸੀਂ ਕੰਮ ਕਰਨਾ ਚਾਹੁੰਦੇ ਹਾਂ। ਸੋ ਮੇਰਾ ਭਰਾ, ਜਿੰਨੇ ਵੀ ਮੇਰੇ ਵੀਰ ਨੇ, ਜਿੰਨੇ ਵੀ ਮੈਨੂੰ ਪਿਆਰ ਕਰਦੇ ਨੇ, ਜਿੰਨੇ ਵੀ ਤੁਸੀਂ ਭਰਾ ਹੋ, ਸਾਰਿਆਂ ਨੂੰ ਕੱਲ ਪਤਾ ਤੁਹਾਨੂੰ ਲੱਗਿਆ ਵੀ ਪੋਲੀਟੀਕਲੀ ਮੈਨੂੰ ਕੱਲ ਟਿਕਟ ਮਿਲੀ ਹੈ ਮਾਨਸਾ ਤੋਂ। ਤੇ ਜਿਹੜੇ ਮੇਰਾ ਵੀਰ ਇੱਥੇ ਆਉਣਾ ਚਾਹੁੰਦੇ ਆ, ਸਾਡਾ ਹੱਥ ਵਟਾਉਣਾ ਚਾਹੁੰਦੇ ਆ, ਮੌਕਾ ਮੇਰਾ ਵੀਰ ਕੱਲ ਹੀ ਟਿਕਟ ਅਨਾਉਂਸ ਹੋਈ ਹੈ। ਤੇ ਅੱਜ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਤੁਸੀਂ ਪਹੁੰਚੋ ਕੱਲ ਨੂੰ 10 ਵਜੇ ਪਿੰਡ ਹਵੇਲੀ। ਜਿਹੜੇ ਬੰਦੇ ਮਿਲਣਾ ਚਾਹੁੰਦੇ ਆ, ਡਿਊਟੀਆਂ ਚਾਹੁੰਦੇ ਨੇ, ਕੰਮ ਕਰਨਾ ਚਾਹੁੰਦੇ ਸਾਡੇ ਨਾਲ ਰਲ ਕੇ, ਤੇ ਮੈਂ ਇੱਕ ਨੰਬਰ ਵੀ ਪੋਸਟ ਕਰਨ ਲੱਗਿਆ ਕੱਲ ਨੂੰ 10 ਵਜੇ। ਮੇਰਾ ਬਾਹਰਲਾ ਘਰ, ਪਿੰਡ ਵਾਲਾ ਘਰ ਮੂਸਾ ਹਵੇਲੀ, ਜਿਹੜੇ ਨਵਾਂ ਘਰ ਪਾ ਰਹੇ ਆ, ਉੱਥੇ ਜਿੰਨੇ ਵੀ ਭਰਾ ਆਉਣਾ ਚਾਹੁੰਦੇ ਆ, ਮੇਰਾ ਵੀਰ ਪੈਨ ਐਂਡ 10 ਵਜੇ ਉੱਥੇ ਪਹੁੰਚ ਜਾਓ ਤੇ ਆਪਾਂ ਮਿਲਦੇ ਆ ਸਾਰੇ ਉੱਥੇ, ਹਨਾ। ਜਿਹੜੇ ਬੰਦੇ ਇੱਛੁਕ ਨੇ ਸਾਡੇ ਨਾਲ ਤੁਰਨ ਦੇ, ਕੰਮ ਕਰਨ ਦੇ, ਮੈਂ ਇੱਕ ਨੰਬਰ ਪਾ ਰਿਹਾ ਤੇ ਸਾਰੇ ਜਾਣੇ ਉੱਥੇ ਲਿੰਕ ਅਪ ਕਰ ਦਿਓ ਜੀ। ਤੇ ਸਾਰੇ ਜਾਣੇ ਜਿਹੜੇ ਕੰਮ ਕਰਨਾ ਚਾਹੁੰਦੇ ਨੇ ਸਾਡੇ ਨਾਲ, ਹਨਾ, ਕੰਪੇਨ ਦੇ ਵਿੱਚ ਆਉਣਾ ਚਾਹੁੰਦੇ ਨੇ, ਤਾਂ ਮੋਸਟ ਵੈਲਕਮ ਹੈ ਸਾਰਿਆਂ ਦਾ। ਕਿਉਂਕਿ ਮੈਨੂੰ ਬਾਰ-ਬਾਰ ਇੰਡੀਵਿਜੂਅਲੀ ਸਾਰੇ ਫੋਨ ਕਰ ਰਹੇ ਸੀ, ਬਾਈ ਕਿੱਥੇ ਆਈਏ, ਕਦੋਂ ਆਈਏ, ਹਨਾ, ਕਿਸ ਟਾਈਮ ਆਈਏ। ਤੇ ਮੈਂ ਤੁਹਾਨੂੰ ਕੱਲ ਦਾ ਟਾਈਮ ਦੇ ਰਿਹਾ ਜੀ, ਕੱਲ ਨੂੰ 10 ਵਜੇ ਪਿੰਡ ਮੂਸਾ ਹਵੇਲੀ ਪਹੁੰਚ ਜਾਓ ਵੀਰੇ, ਤੇ ਆਪਾਂ ਉੱਥੇ ਰਲ ਮਿਲ ਕੇ ਕਰਦੇ ਹਾਂ ਕੋਈ ਨਾ ਕੋਈ ਗੱਲਾਂ ਬਾਤਾਂ, ਸੋਚ ਵਿਚਾਰ ਕਰਦੇ ਹਾਂ। ਤੇ ਬਾਕੀ ਜਿਹੜੇ ਬੰਦੇ ਕੰਪੇਨ 'ਚ ਹਾਜ਼ਰ ਹੋਣਾ ਚਾਹੁੰਦੇ ਆ ਜੀ, ਸਦਕੇ ਮੋਸਟ ਵੈਲਕਮ ਹੈ ਜੀ। ਕੱਲ ਨੂੰ ਆਪਾਂ ਮਿਲਦੇ ਹਾਂ ਹਵੇਲੀ। ਬਾਕੀ ਆਪਣਾ ਨੰਬਰ ਮੈਂ ਇੱਥੇ ਪਾ ਦੇਣਾ, ਜਿਹੜਾ ਨੰਬਰ ਤੁਸੀਂ ਕਾਲ ਕਰਨੇ ਨੇ ਡਿਟੇਲ ਵਾਸਤੇ, ਤੁਸੀਂ ਨੰਬਰ ਤੁਹਾਨੂੰ ਚਾਹੀਦਾ, ਮੈਂ ਇਸੇ ਡਿਸਕ੍ਰਿਪਸ਼ਨ ਦੇ ਵਿੱਚ ਲਾਈਵ ਦੇ ਵਿੱਚ ਪਾ ਰਿਹਾ ਜੀ। ਸਤਿ ਸ਼੍ਰੀ ਅਕਾਲ। ਸਾਬਕਾ ਵਿਧਾਇਕ ਫੁਲਕਾ ਦਾ SGPC ਦੇ ਪ੍ਰਧਾਨ ਨੂੰ ਲੈ ਕੇ ਆਇਆ ਵੱਡਾ ਬਿਆਨ। ਵਕੀਲ ਤੇ ਸਾਬਕਾ ਵਿਧਾਇਕ ਹਰਵਿੰਦਰ ਸਿੰਘ ਫੁਲਕਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਅਨੰਦਪੁਰ ਸਾਹਿਬ ਤੋਂ ਦਿੱਤੇ ਗਏ ਬਿਆਨ ਦੀ ਨਿਖੇਧੀ ਕੀਤੀ ਹੈ। ਬਿਆਨ ਵਿੱਚ ਉਹਨਾਂ ਨੇ ਫੁਲਕਾ ਨੂੰ ਪਾਰਟੀ ਵਿੱਚੋਂ ਕੱਢੇ ਜਾਣ ਦੀ ਗੱਲ ਕਹੀ ਸੀ ਤੇ ਸ਼੍ਰੋਮਣੀ ਕਮੇਟੀ ਨੂੰ ਕਿਸੇ ਰਾਜਨੀਤਿਕ ਪਾਰਟੀ ਵਾਸਤੇ ਵਰਤੇ ਜਾਣ ਦੀ
ਨਿਖੇਧੀ ਕੀਤੀ ਹੈ। ਉਹਨਾਂ ਨੇ ਪ੍ਰਧਾਨ ਧਾਮੀ ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਤੁਹਾਡੇ ਅਨੰਦਪੁਰ ਸਾਹਿਬ ਤੋਂ ਦਿੱਤੇ ਗਏ ਬਿਆਨ ਨੂੰ ਸੁਣ ਕੇ ਬਹੁਤ ਹੈਰਾਨੀ ਹੋਈ ਹੈ। ਉਹਨਾਂ ਕਿਹਾ ਹੈ ਕਿ ਅਫਸੋਸ ਦੀ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਵਰਗੀ ਸੰਸਥਾ ਨੂੰ ਸਿਰਫ ਇੱਕ ਪਰਿਵਾਰ ਤੇ ਇੱਕ ਰਾਜਨੀਤਿਕ ਪਾਰਟੀ ਵਾਸਤੇ ਵਰਤਿਆ ਜਾਂਦਾ ਹੈ। ਬਿਲਕੁਲ ਕਿਸੇ ਤਰ੍ਹਾਂ ਦਾ ਹਿੱਸਾ ਨਹੀਂ ਲੈ ਰਿਹਾ, ਪਰ ਮੇਰਾ ਨਾਮ ਲੈ ਕੇ ਕੋਈ ਪਾਰਟੀ ਉਹ ਵਰਤੇ ਔਰ ਖਾਸ ਕਰਕੇ ਅਕਾਲੀ ਦਲ ਵਰਤੇ, ਇਸ ਕਰਕੇ ਮੈਨੂੰ ਇਹ ਇਸ ਟਾਈਮ ਕਲੈਰੀਫਾਈ ਕਰਨਾ ਪੈ ਰਿਹਾ। ਇਹ ਜੋ ਸੱਚਾਈ ਆ ਉਹ ਅੱਗੇ ਬਾਹਰ ਦੱਸਣੀ ਪੈ ਰਹੀ ਆ। ਦੇਖੋ, ਆਮ ਆਦਮੀ ਪਾਰਟੀ ਨੇ ਮੈਨੂੰ ਪਾਰਟੀ ਚੋਂ ਨਹੀਂ ਕੱਢਿਆ, ਮੈਂ ਖੁਦ ਆਮ ਆਦਮੀ ਪਾਰਟੀ ਤੋਂ ਅਸਤੀਫਾ ਦਿੱਤਾ। ਔਰ ਤੁਹਾਨੂੰ ਯਾਦ ਕਰਾ ਦਿਆਂ ਕਿ ਅਸਤੀਫਾ ਵੀ ਕਿਸ ਕਰਕੇ ਦਿੱਤਾ, ਕਿਉਂਕਿ ਉਦੋਂ ਸੱਜਣ ਕੁਮਾਰ ਦਾ ਕੇਸ ਸੁਣਵਾਈ ਦੇ ਉੱਤੇ ਆ ਗਿਆ ਸੀ, ਹਾਈ ਕੋਰਟ ਦੇ ਵਿੱਚ ਸੁਣਵਾਈ ਸ਼ੁਰੂ ਹੋ ਗਈ ਸੀ। ਮੇਰੇ ਕੋਲੇ ਉਦੋਂ ਲੀਡਰ ਆਫ ਆਪੋਜੀਸ਼ਨ ਸੀ, ਮੰਤਰੀ ਦਾ ਅਹੁਦਾ ਸੀ। ਮੈਂ ਉਦੋਂ ਬਾਰ ਕੌਂਸਲ ਨੂੰ ਕਿਹਾ ਕਿ ਮੈਨੂੰ ਇਹ ਕੇਸ ਕਰਨ ਦੀ ਇਜਾਜ਼ਤ ਦਿੱਤੀ ਜਾਵੇ, ਕਿਉਂਕਿ ਮੰਤਰੀ ਦਾ ਅਹੁਦਾ ਹੋਵੇ ਤਾਂ ਤੁਸੀਂ ਪ੍ਰੈਕਟਿਸ ਨਹੀਂ ਕਰ ਸਕਦੇ, ਕੋਰਟ ਵਿੱਚ ਐਜ਼ ਏ ਵਕੀਲ ਪੇਸ਼ ਨਹੀਂ ਹੋ ਸਕਦੇ। ਬਾਰ ਕੌਂਸਲ ਨੇ ਮੈਨੂੰ ਮਨਾ ਕਰਤਾ। ਉਸ ਟਾਈਮ ਦੇ ਉੱਤੇ ਇਹ ਹੁਣ ਮੇਰੇ ਕੋਲੇ ਸਿਰਫ ਇਹ ਚੋਇਸ ਰਹਿ ਗਈ ਸੀ, ਜਾਂ ਤਾਂ ਮੈਂ ਆਪਣਾ ਲੀਡਰ ਆਫ ਆਪੋਜੀਸ਼ਨ ਮੰਤਰੀ ਦਾ ਅਹੁਦਾ ਬਣਾਈ ਰੱਖਦਾ, ਉੱਥੇ ਕੰਟੀਨਿਊ ਕਰਦਾ, ਤਾਂ ਫਿਰ ਮੈਂ ਕਿਹਨੂੰ ਕੇਸ ਛੱਡਣਾ ਪੈਂਦਾ, ਜਾਂ ਫਿਰ ਮੈਂ ਇਸ ਨੂੰ ਛੱਡ ਕੇ ਆ ਕੇ ਉਹ ਸੱਜਣ ਕੁਮਾਰ ਦਾ ਕੇਸ ਉਹ ਕੌਮ ਦਾ ਐਡਾ ਵੱਡਾ ਮੁੱਦਾ ਜੋ ਸਿਰਫ ਮੇਰੇ ਤੇ ਹੀ ਨਿਰਭਰ ਸੀ, ਜਿਸ ਨੂੰ 34-35 ਸਾਲ ਤੋਂ ਮੈਂ ਹੀ ਕਰ ਰਿਹਾ ਔਰ ਮੇਰੇ ਇਲਾਵਾ ਕੋਈ ਹੋਰ ਹੈ ਨਹੀਂ ਸੀ ਜਿਸ ਨੂੰ ਕਰਨ ਵਾਸਤੇ, ਤੇ ਉਹ ਮੁੱਦਾ ਜਿਹਦੇ ਵਿੱਚ ਜਿਹੜਾ ਇਤਿਹਾਸ ਵਿੱਚ ਜਾਣਾ। ਦੇਖੋ, ਮੇਰੀ ਜੋ ਜ਼ਮੀਰ ਨੇ ਮੈਨੂੰ ਇਹ ਕਿਹਾ ਕਿ ਮੈਂ ਆਪਣੀ ਸਾਰੀ ਜ਼ਿੰਦਗੀ ਭਰ ਦੀ ਕਮਾਈ ਜੋ 84 ਦੇ ਕੇਸਾਂ ਵਿੱਚ ਮੈਂ ਲਾਈ ਆ, ਮੈਂ ਉਹਨੂੰ ਛੱਡ ਨਹੀਂ ਸਕਦਾ। ਮੈਂ ਇਸ ਕਰਕੇ ਅਸਤੀਫਾ ਦਿੱਤਾ। ਅਸਤੀਫਾ ਦੇ ਕੇ ਉਹ ਸੱਜਣ ਕੁਮਾਰ ਦੇ ਕੇਸ ਨੂੰ ਲੜਿਆ ਔਰ ਵਾਹਿਗੁਰੂ ਦੀ ਐਸੀ ਮਿਹਰ ਹੋਈ ਤੇ ਸਾਰੀਆਂ ਸੰਗਤਾਂ ਦੇ ਆਸ਼ੀਰਵਾਦ ਦੇ ਨਾਲ ਉਹ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਹੋਈ। ਅੱਜ 3 ਸਾਲ ਤੋਂ ਉੱਪਰ ਹੋ ਗਏ, ਉਹ ਅੱਜ ਜੇਲ੍ਹ 'ਚ ਬੈਠਾ। ਦੇਖੋ, ਸਿੱਖ ਕੌਮ ਦਾ ਨਾਮ ਸਾਰੀ ਦੁਨੀਆ 'ਚ ਕਿੰਨਾ ਉੱਚਾ ਚੁੱਕਿਆ ਗਿਆ। ਇਹ ਇਤਿਹਾਸ ਲਿਖਿਆ ਗਿਆ ਕਿ ਅਸੀਂ ਜੋ ਸਾਡੇ ਤੇ ਜ਼ੁਲਮ ਕਰਨ ਵਾਲੇ, ਅਸੀਂ ਉਹਨਾਂ ਨੂੰ ਬਖਸ਼ਦੇ ਨਹੀਂ, ਅਸੀਂ ਭੁੱਲਦੇ ਨਹੀਂ। ਤੇ ਇਹ ਅੱਜ ਜੋ ਜਿੱਤ ਇਹ ਹਾਸਲ ਹੋਈ, ਇਹ ਮੇਰੇ ਵਾਸਤੇ ਬਹੁਤ ਵੱਡੀ ਚੀਜ਼ ਸੀ। ਤੇ ਮੈਂ ਉਹਦੇ ਕਰਕੇ ਜੋ ਆਮ ਆਦਮੀ ਪਾਰਟੀ ਛੱਡੀ, ਤੇ ਉਸ ਕਰਕੇ ਮੈਂ ਉਹਦੇ ਮਤਲਬ ਕਿ ਆਪਣੀ ਜੋ ਮੇਰਾ ਪੋਲੀਟੀਕਲ ਕੈਰੀਅਰ ਸੀ, ਮੇਰਾ ਸਿਆਸੀ ਕੈਰੀਅਰ, ਉਸ ਨੂੰ ਮੈਂ ਛੱਡ ਕੇ ਉਹਨੂੰ ਦਾਅ ਚਲਾ ਕੇ ਮੈਂ ਇਹ ਤਰਜੀਹ ਦਿੱਤੀ ਕਿ ਮੈਂ ਕੌਮ ਦਾ ਐਡਾ ਵੱਡਾ ਮੁੱਦਾ ਸਿਰਫ ਜੋ ਮੇਰੇ ਤੇ ਹੀ ਨਿਰਭਰ ਆ, ਜੋ ਮੈਂ ਹੀ ਕਰ ਸਕਦਾ, ਹੋਰ ਕੋਈ ਮੇਰੇ ਇਲਾਵਾ ਕੋਈ ਨਹੀਂ ਕਰ ਸਕਦਾ, ਮੈਂ ਉਸ ਵਾਸਤੇ ਆਇਆ। ਪਰ ਇਸ ਨੂੰ ਅੱਜ ਕੋਈ ਗਲਤ ਵਰਤੇ, ਕੋਈ ਕਹੇ ਜੀ ਇਹਨਾਂ ਨੇ ਪਾਰਟੀ ਨੇ ਕੱਢਤਾ, ਪਾਰਟੀ ਨੇ ਕਦਰ ਨਹੀਂ ਪਾਈ, ਪਾਰਟੀ ਨੇ ਇਹ ਨਹੀਂ ਕੀਤਾ। ਦੇਖੋ, ਇਹ ਗੱਲਾਂ ਗਲਤ ਆ। ਤੁਸੀਂ ਆਪਣੀਆਂ ਲੜਾਈਆਂ ਲੜੋ, ਆਪਣੀਆਂ ਲੜਾਈਆਂ ਲੜੋ ਬਈ, ਮੈਨੂੰ ਕਿਉਂ ਘੜੀਸਦੇ ਹੋ? ਮੈਂ ਅੱਜ ਇਲੈਕਸ਼ਨ ਦੇ ਵਿੱਚ ਪਾਰਟੀਸਪੇਟ ਨਹੀਂ ਕਰ ਰਿਹਾ, ਮੈਂ ਕਿਸੇ ਦੇ ਫੇਵਰ ਨਹੀਂ ਕਰ ਰਿਹਾ, ਕਿਸੇ ਨੂੰ ਅਪੋਜ਼ ਨਹੀਂ ਕਰ ਰਿਹਾ, ਤੇ ਮੈਨੂੰ ਕਿਉਂ ਤੁਸੀਂ ਘੜੀਸ ਰਹੇ ਹੋ? ਦੇਖੋ, ਜੇ ਤੁਸੀਂ ਗੱਲਾਂ ਹੀ ਕਰਨੀਆਂ ਤਾਂ ਜੋ ਫੂਲਕਾ ਨੇ ਥੋੜ੍ਹੀ ਦੇਰ ਸਿਆਸਤ 'ਚ ਰਿਹਾ, ਉਦੋਂ ਜੋ ਕੰਮ ਕੀਤੇ ਉਹਦੀਆਂ ਗੱਲਾਂ ਕਰ ਲਓ ਨਾ। ਜੋ ਮੈਂ ਸਮਾਰਟ ਕਲਾਸਰੂਮ ਦਾ ਨਵਾਂ ਪ੍ਰੋਜੈਕਟ ਸ਼ੁਰੂ ਕੀਤਾ, ਬਿਲਕੁਲ ਨਵਾਂ ਪ੍ਰੋਜੈਕਟ ਸਮਾਰਟ ਕਲਾਸਰੂਮਾਂ ਦਾ, ਉਹ NRIs ਦੇ ਨੂੰ ਕਾਲ ਦੇ ਕੇ ਉਹਨਾਂ ਦੇ ਰਾਹੀਂ ਹਜ਼ਾਰਾਂ ਸਕੂਲਾਂ 'ਚ ਲਗਾਤੇ। ਅੱਜ ਉਹਦਾ ਨਤੀਜਾ ਇਹ ਹੋਇਆ ਕਿ ਪੰਜਾਬ ਦੇ ਸਕੂਲ ਇੰਡੀਆ ਟੌਪ ਦੇ ਉੱਤੇ ਆਏ ਹੋਏ ਆ। ਜੋ ਮੈਂ ਮੋਬਾਈਲ ਡਿਸਪੈਂਸਰੀ ਦਾ ਪ੍ਰੋਜੈਕਟ ਚਲਾਇਆ, ਜੋ ਮੈਂ ਲੀਡਰ ਆਫ ਆਪੋਜੀਸ਼ਨ ਥੋੜ੍ਹੀ ਦੇਰ ਰਹਿਣ ਤੇ ਬਿਲਕੁਲ ਨਵੇਂ MLA, ਪਹਿਲੀ ਵਾਰ ਦੇ MLA ਜਿਨ੍ਹਾਂ ਨੇ ਪਹਿਲਾਂ ਕਦੇ ਵਿਧਾਨ ਸਭਾ ਦੇਖੀ ਤੱਕ ਨਹੀਂ ਸੀ, ਉਹਨਾਂ MLA ਨੂੰ ਪਹਿਲੇ ਸੈਸ਼ਨ ਦੇ ਵਿੱਚ ਤਿਆਰੀ ਕਰਵਾ ਕੇ ਸਪੀਕਰ ਨੇ ਬਹੁਤ ਘੱਟ ਟਾਈਮ ਦਿੱਤਾ। ਮੈਂ 3-3 ਮਿੰਟ ਦਾ ਟਾਈਮ ਇਹ ਸਾਰੇ MLA ਨੂੰ ਦੇ ਕੇ 2-2 ਵਜੇ ਤੱਕ ਬੈਠ ਕੇ ਉਹਨਾਂ ਨਾਲ ਤਿਆਰੀ ਕਰਵਾ ਕੇ ਅਗਲੇ ਦਿਨ ਇਹ ਜੋ ਕਾਂਗਰਸ ਦੇ ਧਨਾੜ ਸੀ ਵੱਡੇ, ਉਹ ਘੰਟਾ ਬੋਲੇ। ਇਹਨਾਂ ਨੇ 3-3 ਮਿੰਟ ਦੇ ਵਿੱਚ ਨਾ ਉਹਨਾਂ ਦੀ ਬੋਲਤੀਆਂ ਬੰਦ ਕਰਤੀਆਂ ਔਰ ਦਿਖਾਤਾ ਇਹਨਾਂ ਨੇ। ਉਹਦੀ ਗੱਲ ਕਰ ਲਓ, ਉਹਨਾਂ ਚੀਜ਼ਾਂ ਦੀ ਗੱਲ ਕਰੋ। ਮੈਨੂੰ ਕਿਉਂ ਘੜੀਸਦੇ ਹੋ ਤੁਸੀਂ ਆਪਣੀ ਪੋਲੀਟਿਕਸ ਦੇ ਵਿੱਚ ਕਿ ਇਹਦੀ ਕਦਰ ਨਹੀਂ ਪਾਈ, ਇਹਨੂੰ ਪਾਰਟੀ ਚੋਂ ਕੱਢਤਾ, ਇਹ ਕੱਢਤਾ। ਦੇਖੋ, ਮੈਂ ਇਸੇ ਕਰਕੇ ਅੱਜ ਇਹ ਚੀਜ਼ ਕਲੈਰੀਫਾਈ ਕਰਨ ਆ ਰਿਹਾ ਕਿ ਮੇਰਾ ਨਾਮ ਕੋਈ ਪਾਰਟੀ ਨਾ ਵਰਤੇ, ਖਾਸ ਕਰਕੇ ਅਕਾਲੀ ਦਲ ਤਾਂ ਬਿਲਕੁਲ ਹੀ ਨਹੀਂ। ਅਕਾਲੀ ਦਲ ਜੋ ਇਹ ਕਰ ਰਿਹਾ,
ਦੂਜਾ ਜਿਹੜਾ ਮੁੱਦਾ ਜਿਹੜਾ ਮੈਂ ਤੁਹਾਨੂੰ ਕਹਿ ਰਿਹਾ ਕਿ ਜੋ ਇਹਨੇ ਅੱਜ ਧਾਮੀ ਨੇ ਅੱਜ ਵੀ ਮੀਡੀਆ ਤੇ ਬਿਆਨ ਆ ਰਿਹਾ ਕਿ ਜੀ ਸਿੱਖ ਮੁੱਖ ਮੰਤਰੀ ਹੋਵੇ ਪੰਜਾਬ ਦਾ। ਅੱਛਾ, ਮੈਂ ਜਿਹੜਾ ਧਾਮੀ ਜੀ ਨੂੰ ਜਿਹੜਾ ਇਹ ਯਾਦ ਕਰਾ ਦਿਆਂ, ਆ 22 ਸਤੰਬਰ ਨੂੰ ਮੈਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਚਿੱਠੀ ਲਿਖੀ ਸੀ। ਜਦੋਂ ਕਾਂਗਰਸ ਨੇ ਨਵਾਂ ਮੁੱਖ ਮੰਤਰੀ ਬਣਾਉਣਾ ਸੀ, ਅੰਬਿਕਾ ਸੋਨੀ ਨੇ ਉਦੋਂ ਸਟੈਂਡ ਲੈ ਲਿਆ। ਅੰਬਿਕਾ ਸੋਨੀ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਨਹੀਂ ਬਣਾਉਣਾ, ਪੰਜਾਬ ਦਾ ਮੁੱਖ ਮੰਤਰੀ ਸਿੱਖ ਹੋਣਾ ਚਾਹੀਦਾ। ਜਦੋਂ ਅੰਬਿਕਾ ਸੋਨੀ ਨੇ ਸਟੈਂਡ ਲੈ ਲਿਆ, ਕਾਂਗਰਸ ਨੇ ਇਹ ਉਹਦੇ ਬੇਸ ਤੇ ਕਿਹਾ ਕਿ ਸਿਰਫ ਸਿੱਖ ਮੁੱਖ ਮੰਤਰੀ ਬਣਾਵਾਂਗੇ। ਉਦੋਂ ਅਕਾਲੀ ਦਲ ਦਾ ਉਲਟ ਸ਼ੁਰੂ ਹੋ ਗਿਆ। ਅਕਾਲੀ ਦਲ ਉਲਟ ਸ਼ੁਰੂ ਹੋ ਗਿਆ। ਇਸ ਤੇ ਜਥੇਦਾਰ ਅਕਾਲ ਤਖਤ ਨੇ ਕਹਿ ਦਿੱਤਾ ਕਿ ਕੋਈ ਫਰਕ ਨਹੀਂ ਪੈਂਦਾ, ਚਾਹੇ ਹਿੰਦੂ ਹੋਵੇ ਚਾਹੇ ਸਿੱਖ ਹੋਵੇ। ਮਤਲਬ ਕਿ ਦੇਖੋ ਕਮਾਲ ਹੈ, ਇਹ ਕਿੱਥੋਂ ਤੱਕ ਇਹ ਕੌਮ ਨੂੰ ਵਰਤਦੇ ਆ, ਕਿੱਥੋਂ ਤੱਕ ਇਹ ਸਿੱਖ ਕੌਮ ਨੂੰ ਵਰਤਦੇ ਆ ਆਪਣੇ ਵੋਟਾਂ ਵਾਸਤੇ, ਸਿਰਫ ਹਿੰਦੂ ਵੋਟਾਂ ਨੂੰ ਖੁਸ਼ ਕਰਨ ਦੇ ਵਾਸਤੇ। ਅਕਾਲੀ ਦਲ ਨੇ ਇਹ ਸਟੈਂਡ ਲਿਆ ਤੇ ਜਥੇਦਾਰ ਅਕਾਲ ਤਖਤ ਸਭ ਤੋਂ ਕਹਾ। ਮੈਂ ਉਦੋਂ 22 ਸਤੰਬਰ 2021 ਦੀ ਗੱਲ ਆ, 22 ਸਤੰਬਰ 2021 ਨੂੰ ਮੈਂ ਜਥੇਦਾਰ ਅਕਾਲ ਸਾਹਿਬ ਨੇ ਚਿੱਠੀ ਲਿਖੀ ਵੀ ਇਹ ਜੋ ਤੁਸੀਂ ਕਿਹਾ ਤੁਹਾਡਾ ਕੋਈ ਮਤਲਬ ਨਹੀਂ ਇਹਦੇ ਤੇ ਬਿਆਨ ਦੇਣ ਦਾ, ਤੁਸੀਂ ਬਿਲਕੁਲ ਇਹ ਗਲਤ ਕੰਮ ਕਰ ਰਹੇ ਹੋ, ਅਕਾਲੀ ਦਲ ਦੇ ਹੱਥ 'ਚ ਖੇਡ ਰਹੇ ਹੋ। ਤਾਂ ਬਾਦਲ ਨੂੰ ਪੁੱਛੋ, ਜੇਕਰ ਸਾਨੂੰ ਕਿਤੇ ਤੁਹਾਨੂੰ ਕੋਈ ਇਤਰਾਜ਼ ਨਹੀਂ ਤਾਂ ਬਾਦਲ ਨੂੰ ਪੁੱਛੋ ਕਿ ਫਿਰ ਪੰਜਾਬੀ ਸੂਬਾ ਕਿਉਂ ਬਣਾਇਆ। ਜਦੋਂ ਪੰਜਾਬੀ ਸੂਬਾ ਬਣਾਇਆ ਸੀ, ਇਹ ਬਾਦਲ ਉਦੋਂ ਅੱਗੇ ਸੀ ਲੀਡਰ, ਉਦੋਂ ਇਹਨਾਂ ਨੇ ਕਿਹਾ ਸੀ ਕਿਉਂਕਿ ਸਿੱਖ ਹੀ ਮੁੱਖ ਮੰਤਰੀ ਹੋਏਗਾ। ਤੇ ਹੁਣ ਅੱਜ ਤੁਸੀਂ ਕਹਿ ਰਹੇ ਹੋ 4 ਹਿੰਦੂ ਵੋਟਾਂ ਦੇ ਵਾਸਤੇ ਕਿ ਸਿੱਖਾਂ ਨੇ ਆਪਣਾ ਹੱਕ ਛੱਡਤਾ। ਉਹ ਮੈਂ ਚਿੱਠੀ ਉਦੋਂ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਕਹੀ ਸੀ ਤੇ ਉਹਨਾਂ ਕਿਹਾ ਸੀ ਤੁਸੀਂ ਆਪਣਾ ਇਹ ਜਿਹੜਾ ਬਿਆਨ ਹੈ ਇਹਨੂੰ ਵਾਪਸ ਲਓ ਤੇ ਸਿੱਖਾਂ ਦੇ ਹੱਕ ਨਾ ਮਾਰੋ। ਦੇਖੋ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਾਂ, ਪੰਜਾਬ ਦੇ ਵਿੱਚ ਨੋ ਡਾਊਟ ਕਿ ਹਿੰਦੂ ਸਿੱਖਾਂ ਦਾ ਕੋਈ ਆਪਸ 'ਚ ਫਰਕ ਨਹੀਂ ਹੈ, ਭਰਾਵਾਂ ਵਾਂਗੂ ਰਹਿੰਦੇ ਆ, ਬਿਲਕੁਲ ਭਰਾ ਨਹੀਂ। ਤੇ ਕਿਸੇ ਹਿੰਦੂ ਨੂੰ ਕੋਈ ਇਤਰਾਜ਼ ਨਹੀਂ ਕਿ ਸਿੱਖ ਮੁੱਖ ਮੰਤਰੀ ਹੋ ਜਾਏ, ਕਿਸੇ ਨੂੰ ਇਤਰਾਜ਼ ਨਹੀਂ ਹੈ। ਪਰ ਅਕਾਲੀ ਦਲ ਵਰਤਣਾ ਚਾਹੁੰਦਾ, ਕਿਵੇਂ ਕਰਕੇ ਵਰਤਣਾ ਚਾਹੁੰਦਾ। ਅੱਜ ਹੁਣ ਇਹ ਧਾਮੀ ਜੀ ਸ਼ੁਰੂ ਹੋ ਗਏ ਇਸੇ ਗੱਲ ਤੇ ਕਿ ਸਿੱਖ ਮੁੱਖ ਮੰਤਰੀ ਹੋਵੇ। ਅੱਜ ਤੁਸੀਂ ਸ਼ੁਰੂ ਹੋ ਗਏ, ਪਹਿਲਾਂ ਤੁਸੀਂ ਫਿਰ ਇਹ ਵੋਟਾਂ ਦੇ ਵਾਸਤੇ ਮੁੱਦੇ ਨੂੰ ਵਰਤਣ ਲੱਗੇ ਹੋ। ਦੇਖੋ ਇਸ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ, ਪੰਜਾਬ ਦੇ ਵਿੱਚ ਸਿੱਖਾਂ ਦਾ ਹੱਕ ਆ ਸਿੱਖ ਮੁੱਖ ਮੰਤਰੀ ਹੋਵੇ। ਪਰ ਜਿਹੜਾ ਧਾਮੀ ਜੀ, ਪਹਿਲਾਂ ਜਥੇਦਾਰ ਅਕਾਲ ਤਖਤ ਨੂੰ ਕਹੋ ਆਪਣਾ ਬਿਆਨ ਵਾਪਸ ਲਵੇ। ਇਹ ਮੁੱਦੇ ਨੂੰ ਇਸ ਤਰੀਕੇ ਨਾਲ ਨਾ ਵਰਤੋ। ਜਥੇਦਾਰ ਅਕਾਲ ਤਖਤ ਸਾਹਿਬ ਨੂੰ ਕਹੋ ਕਿ ਉਹ ਆਪਣਾ ਬਿਆਨ ਵਾਪਸ ਲੈਣ, ਜਿਸ 'ਚ ਉਹਨੇ ਕਿਹਾ ਕੋਈ ਫਰਕ ਨਹੀਂ ਪੈਂਦਾ ਚਾਹੇ ਹਿੰਦੂ ਹੋਵੇ ਚਾਹੇ ਸਿੱਖ ਹੋਵੇ। ਇਹ ਮੁੱਦੇ ਨੂੰ ਇਸ ਤਰ੍ਹਾਂ ਕਰਕੇ ਅਕਾਲੀ ਦਲ ਨੇ ਸਿੱਖ ਕੌਮ ਨੂੰ ਵਰਤਿਆ ਹੁਣ ਤੱਕ। ਜਦੋਂ ਇਹ ਕਾਂਗਰਸ ਨੇ ਸਟੈਂਡ ਲੈ ਲਿਆ ਕਿ ਸਿੱਖ ਮੁੱਖ ਮੰਤਰੀ ਹੋਵੇ, ਜਦੋਂ ਇਹ ਅਰਵਿੰਦ ਕੇਜਰੀਵਾਲ ਨੇ ਵੀ ਆ ਕੇ ਕਹਿਤਾ ਕਿ ਸਾਡਾ ਜੋ ਮੁੱਖ ਮੰਤਰੀ ਹੋਏਗਾ ਸਿੱਖ ਹੋਏਗਾ, ਉਦੋਂ ਅਕਾਲੀ ਦਲ ਨੇ ਸਟੈਂਡ ਲੈ ਲਿਆ ਚਾਹੇ ਸਿੱਖ ਹੋਵੇ ਚਾਹੇ ਹਿੰਦੂ ਹੋਵੇ। ਅੱਜ ਹੁਣ ਫਿਰ ਕਹਿਣਾ ਸ਼ੁਰੂ ਕਰਤਾ ਕਿ ਸਿਰਫ ਸਿੱਖ। ਮਤਲਬ ਕਿ ਇਸ ਤਰ੍ਹਾਂ ਕਰਕੇ ਤੁਸੀਂ ਇਹ ਪੰਜਾਬ ਦੇ ਨਾਲ ਖਿਲਵਾੜ ਨਾ ਕਰੋ। ਮੈਂ ਇਹ ਐਚਪੀਸੀ ਦੇ ਪ੍ਰਧਾਨ ਧਾਮੀ ਜੀ ਨੂੰ ਇਹ ਚਿੱਠੀ ਵੀ ਲਿਖੀ ਅੱਜ ਕਿ ਤੁਸੀਂ ਇਹ ਇਸ ਤਰ੍ਹਾਂ ਖਿਲਵਾੜ ਨਾ ਕਰੋ। ਤੁਸੀਂ ਪਹਿਲਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਕਹੋ ਕਿ ਆਪਣਾ ਬਿਆਨ ਵਾਪਸ ਲੈਣ, ਤੇ ਉਹ ਕਹਿਣ ਮੈਂ ਆਪਣਾ ਬਿਆਨ ਵਾਪਸ ਲੈਣਾ। ਇਹ ਸਿੱਖਾਂ ਦਾ ਹੀ ਹੱਕ ਆ, ਬਿਲਕੁਲ ਕੋਈ ਇਹਨੂੰ ਡਿਨਾਈ ਨਹੀਂ ਕਰਦਾ। ਕਾਂਗਰਸ ਨੇ ਇੰਡੋਰਸ ਕਰਤਾ, ਕੇਜਰੀਵਾਲ ਜੀ ਨੇ ਕਹਿਤਾ। ਤੁਸੀਂ ਅੱਜ ਕੀ ਨਵੀਂ ਗੱਲ ਕੀ ਕਹਿ ਰਹੇ ਹੋ? ਤੁਸੀਂ ਕੀ ਕਹਿ ਰਹੇ ਹੋ? ਸਾਰੇ ਇਸ ਗੱਲ ਨੂੰ ਮੰਨਦੇ ਆ, ਕੌਣ ਇਹਨੂੰ ਮਨਾ ਕਰਤਾ? ਸਿਰਫ ਤੇ ਸਿਰਫ ਆਪਣੇ ਪੋਲੀਟੀਕਲ ਫਾਇਦੇ ਵਾਸਤੇ, ਅਕਾਲੀ ਦਲ ਨੂੰ ਪੋਲੀਟੀਕਲ ਫਾਇਦਾ ਦੇਣ ਵਾਸਤੇ ਐਜੀਪੀਸੀ ਵਰਗੀ ਸੰਸਥਾ ਨੂੰ ਵਰਤਿਆ ਜਾਵੇ। ਦੇਖੋ ਇਸ ਵਾਸਤੇ ਮੈਂ ਅੱਜ ਤੁਹਾਡੇ ਨਾਲ ਇਹ ਆਪਣੇ ਵਿਚਾਰ ਸਾਂਝੇ ਕਰਨ ਲਈ ਆਇਆ। ਵਰਨਾ ਮੈਂ ਤੁਹਾਨੂੰ ਪਤਾ ਇਹ ਇਲੈਕਸ਼ਨ ਦੇ ਵਿੱਚ ਮੈਂ ਬਿਲਕੁਲ ਕਿਸੇ ਤਰੀਕੇ ਨਾਲ ਪਾਰਟਿਸਿਪੇਟ ਨਹੀਂ ਸੀ ਕਰ ਰਿਹਾ, ਪਰ ਜਦੋਂ ਮੇਰਾ ਨਾਮ ਘੜੀਸਿਆ ਗਿਆ ਤਾਂ ਉਦੋਂ ਮੈਨੂੰ ਆਪਣੇ ਵਿਚਾਰ ਦੇਣ ਵਾਸਤੇ ਆਉਣਾ ਪਿਆ। ਭਗਵੰਤ ਮਾਨ ਵੱਲੋਂ ਚੋਣ ਕਮਿਸ਼ਨ ਨੂੰ ਅਪੀਲ, ਕਿਹਾ ਬਦਲੀ ਜਾਵੇ ਚੋਣਾਂ ਦੀ ਤਰੀਕ। ਗੁਰੂ ਰਵਿਦਾਸ ਜਯੰਤੀ 16 ਫਰਵਰੀ ਨੂੰ ਮਨਾਈ ਜਾ ਰਹੀ ਹੈ, ਜਿਸ ਤੋਂ 2 ਦਿਨ ਪਹਿਲਾਂ ਇਹ ਪੰਜਾਬ ਚੋਣਾਂ ਹੋਣੀਆਂ ਹਨ। ਰਵਿਦਾਸ ਦਿਹਾੜੇ ਮੱਦੇਨਜ਼ਰ ਚੋਣਾਂ ਦੀ ਤਾਰੀਖ ਬਦਲਣ ਲਈ ਪੰਜਾਬ ਦੀਆਂ ਵੱਖ-ਵੱਖ ਪਾਰਟੀਆਂ ਵੱਲੋਂ ਭਾਰਤੀ ਚੋਣ ਕਮਿਸ਼ਨ ਨੂੰ ਬੇਨਤੀ ਕੀਤੀ ਜਾ ਰਹੀ ਹੈ। ਇਸ ਦੇ ਚੱਲਦਿਆਂ ਹੀ ਸੋਮਵਾਰ ਨੂੰ ਆਮ ਆਦਮੀ ਪਾਰਟੀ ਤੇ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਚੋਣ ਕਮਿਸ਼ਨ ਨੂੰ ਤਾਰੀਖ ਬਦਲਣ ਲਈ ਬੇਨਤੀ ਕੀਤੀ ਹੈ। ਸਤਿ ਸ਼੍ਰੀ ਅਕਾਲ ਸਾਰੇ ਪੰਜਾਬੀਆਂ ਨੂੰ। ਦੋਸਤੋ 14 ਫਰਵਰੀ ਦੀ ਤਾਰੀਖ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਵੋਟਾਂ ਪਾਉਣ ਦੀ ਮਿਥੀ ਗਈ ਹੈ। ਸਾਰੀਆਂ ਪਾਰਟੀਆਂ ਆਪਣੇ ਵੱਲੋਂ ਤਿਆਰੀਆਂ ਕਰ ਰਹੀਆਂ ਨੇ, ਪ੍ਰਚਾਰ ਕਰ ਰਹੀਆਂ ਨੇ। 16 ਫਰਵਰੀ ਨੂੰ ਸ੍ਰੀ ਗੁਰੂ ਰਵਿਦਾਸ ਜੀ ਦਾ ਗੁਰਪੁਰਬ ਹੈ, ਜਿਹਨੂੰ ਮਨਾਉਣ ਵਾਸਤੇ
ਪੂਰੇ ਦੇਸ਼ ਚੋਂ, ਪੂਰੀ ਦੁਨੀਆ ਚੋਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਹ ਬਨਾਰਸ ਜਾਂਦੇ ਨੇ ਸ੍ਰੀ ਗੁਰੂ ਰਵਿਦਾਸ ਜੀ ਦਾ ਆਸ਼ੀਰਵਾਦ ਲੈਣ। ਤੇ ਉਹ ਪਹਿਲਾਂ ਤੁਰਦੇ ਨੇ, ਤਿਆਰੀਆਂ ਪਹਿਲਾਂ ਕਰਨੀਆਂ ਪੈਂਦੀਆਂ। ਕੋਈ 10 ਤਰੀਕ ਨੂੰ ਤੁਰ ਪੈਂਦਾ ਹੈ, ਕੋਈ 11 ਨੂੰ। ਇਹ ਪੂਰਾ ਇੱਕ ਹਫ਼ਤਾ ਗੁਰਪੁਰਬ ਦਾ ਜਿਹੜਾ ਇਹ ਜਿਹੜਾ ਸੰਮੇਲਨ ਹੈ ਉਹ ਪੂਰਾ ਚੱਲਦਾ ਹੈ। ਮੇਰੀ ਇਲੈਕਸ਼ਨ ਕਮਿਸ਼ਨ ਅੱਗੇ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਕਿਉਂਕਿ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਇਹਦੇ ਨਾਲ ਜੁੜੀਆਂ ਹੋਈਆਂ ਨੇ, ਕਿਉਂਕਿ ਉਹਨਾਂ ਨੇ ਵੋਟ ਵੀ ਪਾਉਣੀ ਹੈ, ਉਹਨਾਂ ਦਾ ਅਧਿਕਾਰ ਹੈ, ਪਰ ਇਹਦੇ ਵਿੱਚ ਉਹਨਾਂ ਦਾ ਜਿਹੜਾ ਧਾਰਮਿਕ ਭਾਵਨਾ ਜਿਹੜੀ ਉਹ ਨਾ ਜਿਹੜੀ ਹਟ ਹੋਵੇ, ਉਹਨੂੰ ਠੇਸ ਨਾ ਪਹੁੰਚੇ ਕਿ ਵੋਟਾਂ ਕਰਕੇ ਅਸੀਂ ਜਾ ਨਹੀਂ ਸਕੇ ਆਪਣੇ ਗੁਰੂ ਦੇ ਮੱਥਾ ਟੇਕਣ। ਸੋ ਇਸ ਕਰਕੇ ਇਲੈਕਸ਼ਨ ਦੀ ਤਰੀਕ ਜਿਹੜੀ ਹੈ ਜੇ ਇੱਕ ਹਫ਼ਤਾ ਵਧਾ ਦਿੱਤੀ ਜਾਵੇ ਤਾਂ ਉਹ ਆਪਣੇ ਗੁਰੂ ਦੇ ਦਰ ਤੇ ਮੱਥਾ ਵੀ ਟੇਕ ਆਉਣਗੇ, ਆਸ਼ੀਰਵਾਦ ਵੀ ਲੈ ਆਉਣਗੇ ਤੇ ਆ ਕੇ ਆਪਣਾ ਜਿਹੜਾ ਡੈਮੋਕ੍ਰੈਟਿਕ ਰਾਈਟ ਹੈ, ਜਿਹੜਾ ਉਹਨਾਂ ਦਾ ਸੰਵਿਧਾਨਕ ਹੱਕ ਹੈ ਵੋਟਾਂ ਪਾਉਣ ਦਾ, ਉਹਨੂੰ ਇਸਤੇਮਾਲ ਕਰ ਲੈਣਗੇ। ਇੱਕ ਹਫ਼ਤਾ ਜੇ ਤਰੀਕ ਅੱਗੇ ਪੈ ਜੇ ਤਾਂ ਬਹੁਤ ਸਾਰੇ ਲੋਕਾਂ ਦੀਆਂ ਭਾਵਨਾਵਾਂ ਜਿਹੜੀਆਂ ਨੇ ਉਹਨਾਂ ਦਾ ਸਤਿਕਾਰ ਹੋ ਜਾਊਗਾ। ਬਹੁਤ ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਜੇਲ੍ਹ 'ਚ ਬੰਦ ਖਹਿਰਾ ਨੂੰ ਟਿਕਟ ਮਿਲਣ ਮਗਰੋਂ ਮਹਿਤਾਬ ਖਹਿਰਾ ਦਾ ਆਇਆ ਵੱਡਾ ਬਿਆਨ। ਕਾਂਗਰਸ ਪਾਰਟੀ ਵੱਲੋਂ ਸੁਖਪਾਲ ਸਿੰਘ ਖਹਿਰਾ ਨੂੰ ਹਲਕਾ ਭੁਲੱਥ ਤੋਂ ਵਿਧਾਨ ਸਭਾ ਟਿਕਟ ਦਿੱਤੇ ਜਾਣ ਤੇ ਮਹਿਤਾਬ ਖਹਿਰਾ ਦਾ ਆਇਆ ਵੱਡਾ ਬਿਆਨ। ਕਹਿ ਕੇ ਵੀ ਅੱਛਾ ਲੱਗਦਾ ਹੈ, ਅੱਜ ਪਰਮਾਤਮਾ ਦੀ ਦੇਣ ਨਾਲ ਮੇਰੇ ਫਾਦਰ ਸਰਦਾਰ ਸੁਖਪਾਲ ਸਿੰਘ ਖਹਿਰਾ ਨੂੰ ਇੰਡੀਅਨ ਨੈਸ਼ਨਲ ਕਾਂਗਰਸ ਦੀ ਜਿਹੜੀ ਟਿਕਟ ਹੈ ਭੁਲੱਥ ਹਲਕੇ ਤੋਂ ਮਿਲ ਚੁੱਕੀ ਹੈ। ਮੈਂ ਧੰਨਵਾਦ ਕਰਦਾ ਹਾਂ ਕਾਂਗਰਸ ਲੀਡਰਸ਼ਿਪ ਦਾ, ਕਾਂਗਰਸ ਪ੍ਰੈਜ਼ੀਡੈਂਟ ਦਾ, ਰਾਹੁਲ ਗਾਂਧੀ ਜੀ ਦਾ, ਸਾਰਿਆਂ ਦਾ, ਜਿਨ੍ਹਾਂ ਨੇ ਮੇਰੇ ਫਾਦਰ ਤੇ ਭਰੋਸਾ ਜਤਾਇਆ। ਅੱਜ ਮੈਂ ਸਮਝਦਾ ਹਾਂ ਕਿ ਸੱਚ ਦੀ ਜਿੱਤ ਹੋਈ ਹੈ, ਕਿਉਂਕਿ ਪਿਛਲੇ 2 ਮਹੀਨਿਆਂ ਤੋਂ ਤੁਸੀਂ ਸਾਰੇ ਜਾਣਦੇ ਹੋ ਬੜੇ ਝੂਠੇ ਇਲਜ਼ਾਮ ਲਾਏ ਜਾ ਰਹੇ ਸੀ ਮੇਰੇ ਫਾਦਰ ਸਰਦਾਰ ਸੁਖਪਾਲ ਸਿੰਘ ਖਹਿਰਾ ਤੇ। ਉਹਨਾਂ ਤੇ ਬੜੇ ਵੱਡੇ ਡਰੱਗ ਦੇ ਐਲੀਗੇਸ਼ਨਸ ਲਾ ਕੇ ਉਹਨਾਂ ਦੀ ਜਿਹੜੀ ਜੋ ਰੈਪਿਊਟੇਸ਼ਨ ਹੈ ਉਹਨਾਂ ਨੂੰ ਡਿਫੇਮ ਕਰਨ ਦਾ ਕੋਸ਼ਿਸ਼ ਕੀਤਾ ਗਿਆ। ਮੈਂ ਧੰਨਵਾਦ ਕਾਂਗਰਸ ਪਾਰਟੀ ਦਾ ਇਸ ਕਰਕੇ ਕਰਦਾ ਕਿ ਇਸ ਔਖੇ ਸਮੇਂ ਦੇ ਵਿੱਚ ਉਹਨਾਂ ਨੇ ਸੱਚ ਨੂੰ ਪਹਿਚਾਨਿਆ ਤੇ ਅੱਜ ਸੱਚ ਦੇ ਨਾਲ ਉਹ ਖੜੇ ਹੋ ਕੇ ਮੇਰੇ ਫਾਦਰ ਸਰਦਾਰ ਸੁਖਪਾਲ ਸਿੰਘ ਖਹਿਰਾ ਦੇ ਨਾਲ ਖੜੇ ਨੇ। ਮੈਂ ਧੰਨਵਾਦ ਕਰਦਾ ਖਾਸ ਕਰਕੇ ਭੁਲੱਥ ਹਲਕੇ ਦੇ ਲੋਕਾਂ ਦਾ, ਜਿਨ੍ਹਾਂ ਨੇ ਪਿਛਲੇ 2 ਮਹੀਨਿਆਂ ਵਿੱਚ ਮੇਰਾ ਸਾਥ ਦਿੱਤਾ, ਕਿਉਂਕਿ ਜਿੱਦਾਂ ਮੈਂ ਕਿਹਾ ਇੱਕ ਬੜਾ ਔਖਾ ਸਮਾਂ ਹੈ, ਔਖਾ ਦੌਰ ਦੇਖਿਆ। ਔਖੇ ਦੌਰ ਵਿੱਚ ਵੀ ਭੁਲੱਥ ਹਲਕੇ ਦੇ ਲੋਕਾਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ, ਭਾਵੇਂ ਉਹ ਵੱਡੇ ਬਜ਼ੁਰਗ ਹੋਣ, ਮੇਰੀ ਉਮਰ ਦੇ ਨੌਜਵਾਨ ਹੋਣ, ਵੱਡੇ ਛੋਟੇ ਹੋਣ, ਬੀਬੀਆਂ ਭੈਣਾਂ ਹੋਣ, ਜਦ ਮੈਂ ਪਿੰਡ ਗਿਆ ਉਹਨਾਂ ਨੇ ਮੈਨੂੰ ਇਹ ਭਰੋਸਾ ਦਿਵਾਇਆ ਕਿ ਉਹ ਸੱਚ ਦੇ ਨਾਲ ਖੜੇ ਹੋਣਗੇ। ਸੋ ਮੈਂ ਇਸ ਤੋਂ ਇਲਾਵਾ ਧੰਨਵਾਦ ਕਰਦਾ ਪੰਜਾਬ 'ਚ ਬੈਠੇ ਸਾਰੇ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਮੇਰੇ ਤੱਕ ਅਪਰੋਚ ਕੀਤੀ, ਮੈਨੂੰ ਅਹਿਸਾਸ ਦਿਵਾਇਆ ਕਿ ਪੰਜਾਬ ਦੇ ਲੋਕ ਔਰ ਗਰਾਊਂਡ ਲੈਵਲ ਤੇ ਔਰ ਪੰਜਾਬ ਤੋਂ ਬਾਹਰ ਵੀ ਉਹ ਮੇਰੇ ਨਾਲ ਖੜੇ ਨੇ ਔਰ ਸੱਚ ਦੇ ਨਾਲ ਖੜੇ ਨੇ। ਮੈਂ ਤੁਹਾਡੇ ਸਾਰਿਆਂ ਦੀ ਦੇਣ ਕਦੀ ਦੇ ਨਹੀਂ ਸਕਦਾ। ਅੱਜ ਇਸ 2 ਮਿੰਟ ਮੈਂ ਆਪਣੇ ਫਾਦਰ ਔਰ ਗ੍ਰੈਂਡਫਾਦਰ ਬਾਰੇ ਗੱਲ ਕਰਨਾ ਚਾਹੁੰਦਾ। ਇਸ ਸਾਲ ਤੁਸੀਂ ਸਾਰੇ ਜਾਣਦੇ ਹੋ ਇਸ ਮੇਰੇ ਪਰਿਵਾਰ ਦਾ ਭੁਲੱਥ ਹਲਕੇ ਵਿੱਚ 50 ਸਾਲ ਦਾ ਇੱਕ ਸਫ਼ਰ ਜੋ ਹੈ ਉਹ ਪੂਰਾ ਹੁੰਦਾ। ਮੇਰੇ ਫਾਦਰ ਜਾਂ ਮੇਰੇ ਗ੍ਰੈਂਡਫਾਦਰ ਨੇ ਕਦੀ ਸਿਆਸਤ ਵਿੱਚ ਆਪਣਾ ਕਾਰੋਬਾਰ ਨਹੀਂ ਲੈ ਕੇ ਆਏ। ਤੁਸੀਂ ਸਾਰੇ ਜਾਣਦੇ ਹੋ, ਹਾਲਾਂਕਿ ਸਾਡੇ ਤੇ ਇਲਜ਼ਾਮ ਲਗਾਉਣ ਦੀ ਕੋਸ਼ਿਸ਼ ਕੀਤੀ ਈਡੀ ਨੇ ਕਿ ਜੀ ਫੋਰਨ ਫੰਡਿੰਗ ਔਰ ਮੈਂ ਇੱਕ ਵੀਡੀਓ ਪਾ ਕੇ ਬੜੇ ਕਲੀਅਰਲੀ ਦੱਸ ਚੁੱਕਿਆ ਕਿ ਸਾਰੇ ਇਲਜ਼ਾਮ ਜਿਹੜੇ ਸੀ ਉਹ ਅੱਜ ਚਲਾਨ 'ਚ ਨਹੀਂ ਆਉਂਦੇ। ਵਾਪਸ ਆਨੇ ਮੇਰੇ ਗ੍ਰੈਂਡਫਾਦਰ ਤੇ। ਅਸੀਂ ਆਪਣਾ ਸਿਆਸੀ ਜ਼ਿੰਦਗੀ ਵਿੱਚ ਮੇਰੇ ਫਾਦਰ ਨੇ ਔਰ ਮੇਰੇ ਗ੍ਰੈਂਡਫਾਦਰ ਨੇ ਕੋਈ ਆਪਣਾ ਵਪਾਰ ਨਹੀਂ ਕੀਤਾ, ਕੋਈ ਨਿੱਜੀ ਫਾਇਦਿਆਂ ਵਾਸਤੇ ਇਸ ਸਿਆਸੀ ਜਿਹੜਾ ਜੋ ਸਿਸਟਮ ਹੈ ਉਹਦੇ ਵਿੱਚ ਨਹੀਂ ਅਸੀਂ ਐਂਟਰ ਕੀਤਾ। ਮੈਂ ਧੰਨਵਾਦ ਕਰਦਾ ਇੱਕ ਵਾਰ ਫਿਰ ਹਰੇਕ ਉਸ ਇਨਸਾਨ ਦਾ ਜਿਨੇ ਇਸ ਮੇਰੇ ਔਖੇ ਘੜੀ ਦੇ ਵਿੱਚ ਆ ਕੇ ਮੇਰਾ ਸਾਥ ਦਿੱਤਾ, ਮੇਰੇ ਮੋਢੇ ਤੇ ਹੱਥ ਰੱਖਿਆ, ਮੈਨੂੰ ਪਿਆਰ ਦਿੱਤਾ, ਮੈਨੂੰ ਆਸ਼ੀਰਵਾਦ ਦਿੱਤਾ। ਇਸ ਗੱਲ ਦਾ ਮੈਂ ਕਦੀ ਦੇਣ ਨਹੀਂ ਦੇ ਸਕਦਾ। ਅੱਜ ਤੋਂ ਇਹ ਲੜਾਈ ਜਿਹੜੀ ਹੈ ਸੱਚ ਦੀ, ਇਹਨੂੰ ਹੋਰ ਵਧਾਉਣ ਦੀ ਲੋੜ ਹੈ। ਅਸੀਂ ਹੁਣ ਪਿੰਡ ਜਾਵਾਂਗੇ, ਘਰ ਜਾਵਾਂਗੇ ਤੇ ਸੱਚ ਦੇ ਵਿੱਚ ਸਰਦਾਰ ਸੁਖਪਾਲ ਸਿੰਘ ਖਹਿਰਾ ਨੂੰ ਜਿਤਾਵਾਂਗੇ। ਤੇ ਤੁਹਾਡੇ ਸਾਰਿਆਂ ਦਾ ਮੈਨੂੰ ਸਾਥ ਦੇਣ ਦਾ ਔਰ ਮੈਨੂੰ ਭਰੋਸਾ ਦਿਵਾਉਣ ਦਾ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਯੁਕਤ ਕਿਸਾਨ ਮੋਰਚੇ ਦਾ ਵੱਡਾ ਫੈਸਲਾ, ਚੋਣ ਲੜਨ ਵਾਲੀਆਂ 22 ਕਿਸਾਨ ਜਥੇਬੰਦੀਆਂ ਨਾਲ ਤੋੜਿਆ ਨਾਤਾ।
ਅੰਦੋਲਨ ਮੁਲਤਵੀ ਕਰਨ ਦੇ 38 ਦਿਨਾਂ ਬਾਅਦ ਸੰਯੁਕਤ ਕਿਸਾਨ ਮੋਰਚੇ ਨੇ ਕੇਂਦਰ ਸਰਕਾਰ ਤੇ ਵਾਅਦਾ ਖਿਲਾਫੀ ਦਾ ਦੋਸ਼ ਲਾਉਂਦੇ ਹੋਏ ਨਵੇਂ ਤਰੀਕੇ ਨਾਲ ਅੰਦੋਲਨ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਕੁੰਡਲੀ ਬਾਰਡਰ ਤੇ ਹੋਈ ਸੰਯੁਕਤ ਕਿਸਾਨ ਮੋਰਚੇ ਦੀ ਬੈਠਕ 'ਚ ਤੈਅ ਕੀਤਾ ਗਿਆ ਹੈ ਕਿ 31 ਜਨਵਰੀ ਨੂੰ ਵਾਅਦਾ ਖਿਲਾਫੀ ਦਿਵਸ ਮਨਾਉਂਦੇ ਹੋਏ ਸਾਰੇ ਜ਼ਿਲ੍ਹਾ ਤੇ ਤਹਿਸੀਲ ਹੈੱਡਕੁਆਰਟਰਾਂ ਤੇ ਧਰਨੇ ਦੇਣ ਦਾ ਫੈਸਲਾ ਕੀਤਾ ਹੈ। ਇਸ ਦੇ ਬਾਅਦ ਵੀ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਇਸ ਤੋਂ ਬਾਅਦ ਫਰਵਰੀ ਤੋਂ ਅੰਦੋਲਨ ਤੇਜ਼ ਕਰਦੇ ਹੋਏ ਮਿਸ਼ਨ ਯੂਪੀ ਦੀ ਸ਼ੁਰੂਆਤ ਕੀਤੀ ਜਾਵੇਗੀ। ਇਹ ਫੈਸਲਾ ਕੀਤਾ ਗਿਆ ਹੈ ਕਿ ਚੋਣ ਲੜਨ ਵਾਲੀਆਂ ਜਥੇਬੰਦੀਆਂ ਤੋਂ ਸੰਯੁਕਤ ਕਿਸਾਨ ਮੋਰਚਾ ਕੋਈ ਰਿਸ਼ਤਾ ਨਹੀਂ ਰੱਖੇਗਾ। सरकार
साथी थे जिनके ऊपर गाड़ियां चढ़ाई गई उस रिएक्शन में वो जो मुलजिम थे जिन्होंने गाड़ियां चढ़ाई थी भीड़ में वो भी हादसे के शिकार हुए। हमारे उन साथियों को 302 के मुकदमे में नामजद करके उनको कत्ल का मुलजिम बना के वो एक एक्सीडेंट, हमारे लिए तो वो एक्सीडेंट था, अचानक हमारे लोगों पे एक हादसा हुआ था जिसके साथियों को रोका जा रहा हो। नेचुरली कोई रिएक्शन होता, उनका रिएक्शन था, लेकिन उस पर 302 लगा के उनको जेलों में डाल देना, उनको जेलों में डालने की सरकार को बहुत जल्दी थी। मंत्री को बर्खास्त करने की चिंता सरकार को नहीं है, इस बात को लेकर हमने तय किया। राकेश जी 21 तारीख से 3 दिन के दौरे पे लखीमपुर जा रहे। तमाम पीड़ितों से मिलेंगे, चाहे वो विक्टिम है जिनकी मृत्यु हुई, जो शहीद हुए इस आंदोलन में, या वो साथी जिनके ऊपर 302 का मुकदमा लगा के जेलों में डाला, उनसे मुलाकात करेंगे, अधिकारियों से बातचीत करेंगे, और अगर वहाँ संतोषजनक बात नहीं बनती है, राकेश जी के साथ हमारे तमाम संयुक्त किसान मोर्चे के घटक वहाँ पे मौजूद रहेंगे। उसके बाद अगर नई सुनवाई होती है तो पड़ाव जो है मोर्चा लगाया जाएगा लखीमपुर खीरी में, और वो मोर्चा जब तक कायम रहेगा जब तक हमारे लोगों को न्याय नहीं मिलता। ये तय किया लखीमपुर खीरी को लेके। तीसरा जो हमारा मुद्दा था, जिन संगठनों ने हमारा सहयोग किया 13 महीने तक, मजदूर संगठनों का 23-24 फरवरी को जो देशव्यापी आंदोलन हो रहा है, जो बंद का ऐलान किया उन्होंने, संयुक्त किसान मोर्चे उनके साथ है, उनके बंद में सहयोग करेगा। ग्रामीण सतर पे, जिला सतर पे जो भी होगा उस बंद के समर्थन में किसान आके उस बंद में अपना सहयोग और समर्थन देंगे। और चौथा जो अहम मुद्दा जो राजनीति को लेके हमारा था कि हमारे साथी कुछ राजनीति में साथी संगठन कुछ राजनीति में गए, उनके प्रति सरकार
किसी राजनीतिक दल की मीटिंग में भागीदारी ली। ये जो निर्णय हमारे साथियों ने लिया गया है, ये जल्दबाजी का निर्णय, संयुक्त मोर्चा उससे सहमत नहीं है। और संयुक्त मोर्चे ने ये तय किया, जो संगठन चुनाव में गए हैं वो संयुक्त मोर्चे के हिसाब नहीं रहेंगे। 4 महीने के बाद उन्हें समीक्षा करेंगे हम और चर्चा करेंगे इस बात को लेकर कि उन लोगों के साथ आगे का किस तरह का रिश्ता होगा। वो निर्णय 4 महीने के बाद होगा, लेकिन फिलहाल आज से और इस प्रक्रिया अगले निर्णय होने तक वो संयुक्त मोर्चे के हिस्सा नहीं। यही आपको कहना था। मैं युवराज जी से निवेदन करूँगा कि इस बात उनसे कोई संबंध नहीं है। सस्पेंशन का मतलब नहीं वो संयुक्त मोर्चे के हिस्सा नहीं। साथियों, ऐसा नहीं है कि वो संयुक्त मोर्चे का कोई भी राजनीतिक पार्टी संयुक्त मोर्चे का हिस्सा नहीं बन सकती। ये हमारा असूल है मोटा। ऐसा जो है वो पॉलिटिकल पार्टी का रूप धारण कर गया। उसके साथ जुड़े हुए जितने भी लोग हैं या संगठन है, जितने भी उनके साथ जुड़े होंगे तो किसान संघर्ष मोर्चे का हिस्सा नहीं है। दिसंबर को इस सरकार ने हमें खत भेजा था जो हमने आपके एमएसपी कमेटी नहीं बनाई। बिजली बिल के साथ हमारे से चर्चा होनी चाहिए थी, वो नहीं हुई। पूरे देश भर में केस वापसी का मामला है। दिल्ली के अंदर है, केंद्र सरकार ने
जाने हैं पूरे देश। ਕੈਬਨਿਟ 'ਚੋਂ ਬਰਖਾਸਤ ਹੋਣ ਤੇ ਰੋਏ ਬੀਜੇਪੀ ਦੇ ਮੰਤਰੀ, ਕਿਹਾ ਇੰਨੇ ਵੱਡੇ ਫੈਸਲੇ ਤੋਂ ਪਹਿਲਾਂ ਕੁਝ ਨਹੀਂ ਦੱਸਿਆ। ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕੈਬਨਿਟ ਮੰਤਰੀ ਹਰਕ ਸਿੰਘ ਰਾਵਤ ਖਿਲਾਫ ਵੱਡਾ ਕਦਮ ਚੁੱਕਿਆ ਹੈ। ਸੀਐਮ ਧਾਮੀ ਨੇ ਉਹਨਾਂ ਨੂੰ ਮੁੱਖ ਮੰਤਰੀ ਮੰਡਲ ਤੋਂ ਬਰਖਾਸਤ ਕਰ ਦਿੱਤਾ ਹੈ। ਇਸ ਕਾਰਵਾਈ ਤੋਂ ਬਾਅਦ ਹਰਕ ਸਿੰਘ ਰਾਵਤ ਭਾਵੁਕ ਹੋ ਗਏ ਅਤੇ ਉਹ ਰੋਂਦੇ ਨਜ਼ਰ ਆਏ। ਉਹਨਾਂ ਕਿਹਾ ਹੈ ਕਿ ਭਾਜਪਾ ਨੇ ਇੰਨਾ ਵੱਡਾ ਫੈਸਲਾ ਲੈਣ ਤੋਂ ਪਹਿਲਾਂ ਇੱਕ ਵਾਰ ਵੀ ਮੇਰੇ ਨਾਲ ਗੱਲ नहीं की। हमारी पार्टी में वो आए और हमने उनको बहुत सहज से और कई बार जो विकास के मामले में उन्होंने जितनी बातें भी जो भी करी हम लोगों ने हमेशा किया, लेकिन हमारी पार्टी हमेशा विकासवाद पर चलने वाली पार्टी है, राष्ट्रवाद पर चलने वाली पार्टी है, वंशवाद से दूर चलने वाली पार्टी है और सबका साथ, सबका विकास, सबका विश्वास और सबका प्रयास जो एक मंत्र है, उस मंत्र को लेकर हम आगे बढ़ रहे थे। उसमें कई बार जब वो बातें करते थे तो हम लोग असहज भी होते थे, लेकिन फिर भी चूंकि हमारी पार्टी, हमारा परिवार बड़ा परिवार है, हमने कोशिश करी हमेशा उनको लेकर चलें। लेकिन यहाँ पर चूंकि स्थितियां ऐसी हो गई कि वो अपने समेत अपने परिवार के लिए और अन्य लोगों के लिए पार्टी पर दबाव कर रहे थे, तो इसलिए पार्टी ने निर्णय लिया। सर, हर के जाने से क्या उत्तराखंड में कुछ लग रहा है कि पार्टी में कुछ और फूट पड़ेगी, कुछ लोग और भी जाएंगे? नहीं, कहीं कोई ऐसी फूट नहीं। सर, उत्तराखंड की जनता के लिए क्या कहेंगे? एक बड़ा मैसेज फिलहाल बीजेपी ने दिया है, देखिए हम आगे नहीं बढ़ रहे। हाँ, निश्चित रूप से हमने तय किया है कि एक परिवार से एक व्यक्ति को ही टिकट दिया जाएगा और किसी के परिवार में हम 2 टिकट 3 टिकट नहीं देंगे, क्योंकि हमारी पार्टी हमेशा इसके खिलाफ है। इन्होंने मनगढ़ंत खबरों के आधार पर निर्णय ले लिया। अब क्या बोलेंगे? क्या ये बोलेंगे कि हाँ हमने हरक सिंह को काम नहीं करने दिया, मेडिकल कॉलेज नहीं बना दिया, हमने सेंट्रल स्कूल नहीं खोला, हमने रुद्रप्रयाग कोटद्वार जिला नहीं बनाया, हमने रोजगार नहीं दिया लोगों को, हमने महंगाई कर दी, हमें कमियां ही कमी, ये तो नहीं बोलेंगे ना। अरे जिनके घर शीशे होते हैं उनको पत्थर नहीं मारना चाहिए। मैं इन सबको समझता हूँ ना, सबको समझता हूँ मैं, ऊपर से लेकर नीचे सबको जानता हूँ मैं। ऐसा ना हमाम में सब नंगे हैं, मैं सिर्फ इतना ही कहना चाह रहा हूं। अब मेरे पे लांछन लगा के, मेरे पे पत्थर डाल के कि मैं इसलिए, मैंने पहला जो सिर्फ इतना 3-4 दिन पहले कहा, मैंने कहा देखो मैं अभी वहां गया था, लेस्टोन गया था, वो लड़की बहुत अच्छा काम कर रही है, आप एक बार, मैं नहीं लड़ना चाहता हूं चुनाव, आप उस पर विचार कर लो, इतनी बात हुई थी। उन्होंने कहा ठीक है, आपने कहा है, मैं अमित शाह जी से, नड्डा जी से इस मुद्दे पे बातचीत करूंगा। विधानसभा चुनाव ये जो 2022 का, इसकी हवा क्या आपने पढ़ ली? कहा जा रहा है कि बीजेपी इस चुनाव में अच्छा रिजल्ट देगी। कहां से आएगी? ऐसी बुद्धि आएगी तो कहां से आ जाएगी? तो इसलिए आप कांग्रेस में शामिल नहीं, मैं इसलिए नहीं सम्मिलित हो रहा हूं। इन्होंने निकाल दिया तो क्या करूंगा मैं? घर तो बैठने वाला व्यक्ति नहीं हूं मैं, तो कफन बांध के राजनीति करता हूं। अब आपका भविष्य क्या होगा सर? क्या है? मुझे कोई भविष्य नहीं चाहिए, मुझे उत्तराखंड का भविष्य चाहिए। मुझे कोई अपना भविष्य, उत्तराखंड का भविष्य, कांग्रेस की सरकार आ रही है, पूर्ण बहुमत से आ रही है, और जो नहीं भी आनी थी वो अब आ गई। किस राजनीतिक पार्टी में आप जा रहे हैं? मैं देखिए कोई दूसरा नहीं, मैं देखिए कांग्रेस के साथ बातचीत होगी, अब करूंगा मैं बातचीत, तो कांग्रेस में जाऊंगा, नहीं तो मैं किसी और राजनीतिक दल में नहीं जाऊंगा। बिना सम्मिलित हुए कांग्रेस के लिए काम करूंगा, कोई शर्त नहीं, कोई कुछ नहीं। मैं कांग्रेस के लिए, कांग्रेस की सरकार लाने के लिए काम करूंगा निस्वार्थ होकर। सपा 'ਚ शामिल हुए दारा सिंह चौहान, अखिलेश यादव बोले झूठे सर्वे दिखा रही है सरकार। उत्तर प्रदेश ਵਿੱਚ ਆਗੂਆਂ ਦਾ ਇੱਕ ਪਾਰਟੀ ਤੋਂ ਦੂਜੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਸਿਲਸਿਲਾ ਜਾਰੀ ਹੈ ਤੇ ਅੱਜ ਭਾਜਪਾ ਦੇ ਸਹਿਯੋਗੀ ਦਲਾਂ ਦੇ ਕਈ ਨੇਤਾ ਸਮਾਜਵਾਦੀ ਪਾਰਟੀ 'ਚ ਸ਼ਾਮਿਲ ਹੋ ਗਏ ਹਨ। ਪਾਰਟੀ ਪ੍ਰਧਾਨ ਅਖਿਲੇਸ਼ ਯਾਦਵ ਨੇ ਅੱਜ ਯੋਗੀ ਸਰਕਾਰ ਵਿੱਚ ਕੈਬਨਿਟ ਮੰਤਰੀ ਰਹੇ ਦਾਰਾ ਸਿੰਘ ਚੌਹਾਨ ਨਾਲ योगेश चौहान, ब्रिजपाल चौहान ਨੂੰ ਪਾਰਟੀ ਵਿੱਚ ਸ਼ਾਮਿਲ ਕਰਾਇਆ, ਜੋ ਅਨੁਪ੍ਰਿਆ ਪਟੇਲ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਸੂਬੇ ਵਿੱਚ ਚੁਣਾਵੀ ਬਿਗੁਲ ਵੱਜਦਿਆਂ ਹੀ ਸਿਆਸੀ ਦਲਾਂ ਵਿੱਚ ਹਲਚਲ ਮਚ ਗਈ ਹੈ। ਭਾਜਪਾ ਦੇ ਜ਼ਿਆਦਾਤਰ ਨੇਤਾ ਸਪਾ ਦਾ ਰੁਖ ਕਰ ਰਹੇ ਹਨ। अगर चुनाव आयोग नहीं मानेगा तो नहीं मानेगा, हमें उम्मीद है चुनाव आयोग निष्पक्ष काम करेगा, गुजरात के लोगों को वापस भेजेगा। ये अधिकारियों की जिनकी शिकायत की, जिन्होंने लगातार भारतीय जनता पार्टी के बनकर के काम किया, और जो अधिकारी, क्या नाम था जो अभी बीजेपी में शामिल हुए, जो अधिकारी, मैं चुनाव आयोग से इस बात की शिकायत करूंगा कि पिछले 5 साल में
असीम अरुण के साथ जो अधिकारी लगातार ड्यूटी पे रहे हैं, लगातार जिन जिन अधिकारियों को ड्यूटी पर अपने साथ लेकर के गए, पूरे 5 साल के नौकरी के कार्यकाल में देख करके जो लगातार उनके साथ रहे हैं, उनको भी हटाया जाए, वरना वो भारतीय जनता पार्टी के कार्यकर्ता के रूप में काम करेंगे। आपने अगले दिन 4 अधिकारियों के बारे में शिकायत ऑलरेडी की हुई है, वो अभी भी अपने पदों पर हैं। मैं चुनाव आयोग से फिर शिकायत करूंगा कि ऐसे अधिकारी, अब तो उनके पास एग्जाम्पल हो गया। अभी एक एग्जाम्पल है कि एक अधिकारी किसी पार्टी से कितना रिश्ता रख सकता है, कि भारतीय जनता पार्टी का सदस्य भी है, बातचीत भी हुई होगी, टिकट के लिए तय भी हुआ है, उसके बाद भी कमिश्नर बना रहा। तो ऐसे भी अधिकारी जिन पर हमारे पास जानकारी और सूचना मिली, हम शिकायत कर रहे हैं। हमें उम्मीद है कि चुनाव आयोग ऐसे अधिकारियों पर कार्रवाई करेगा, और अगर चुनाव आयोग ऐसे अधिकारियों पर कार्रवाई नहीं करेगा तो चुनाव आयोग पर सवाल खड़ा होगा। हम नहीं मानेंगे कि चुनाव आयोग निष्पक्ष काम कर रहा। ਕੀ ਕੱਲ ਹੋਵੇਗਾ ਆਪ ਦੇ ਸੀਐਮ ਚਿਹਰੇ ਦਾ ਐਲਾਨ? ਸੁਣੋ ਕੌਣ ਹੋਵੇਗਾ ਆਪ ਦਾ ਸੀਐਮ ਚਿਹਰਾ। ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਨੇ ਆਪਣੇ 3 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਵੱਲੋਂ ਹੁਣ ਤੱਕ ਇਹ 10ਵੀਂ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਆਪ ਵੱਲੋਂ ਜਾਰੀ ਕੀਤੇ ਹੁਣ ਤੱਕ ਕੁੱਲ ਉਮੀਦਵਾਰਾਂ ਦੀ ਗਿਣਤੀ 112 ਹੋ ਗਈ ਹੈ, ਜਿਸ ਵਿੱਚੋਂ ਸਿਰਫ 5 ਉਮੀਦਵਾਰਾਂ ਦੇ ਨਾਂ ਦਾ ਐਲਾਨ ਹੀ ਬਾਕੀ ਰਹਿ ਗਿਆ ਹੈ। ਜ਼ਿਕਰਯੋਗ ਹੈ ਕਿ ਕੱਲ ਪੰਜਾਬ ਦੇ ਸੀਐਮ ਚਿਹਰੇ ਦਾ ਵੀ ਐਲਾਨ ਕਰ ਦਿੱਤਾ ਜਾਵੇਗਾ। भाई भतीजावाद, डायनेस्टिक पॉलिटिक्स, बड़े बड़े नेताओं के बेटों को, भाइयों को टिकट देने का एक फैशन नजर आया, जिसमें फतेहगढ़ साहब के मेंबर ऑफ पार्लियामेंट अमर सिंह जी के बेटे को रायकोट से कांग्रेस की टिकट मिली, अवतार हेनरी साहब के बेटे को जलंधर से टिकट मिली, ब्रह्म मोहिंद्रा साहब के बेटे को पटियाला देहाती से टिकट मिली। कई सारे बड़े बड़े नेताओं के रिश्तेदारों को टिकटें दी गईं, लेकिन मुख्यमंत्री चरणजीत सिंह चन्नी के अपने सगे भाई, जो बस्सी पठाना में बहुत समय से जा भी रहे हैं और कांग्रेस पार्टी से लंबे अरसे से टिकट मांग रहे हैं, उनको टिकट नहीं दी गई। मुख्यमंत्री के अपने सगे भाई की कांग्रेस ने टिकट काट दी। मुख्यमंत्री के कुड़म महेंद्र सिंह केपी साहब, महेंद्र केपी जी आदमपुर से टिकट चाहते थे, उन्हें भी टिकट नहीं दी गई क्योंकि वो चन्नी साहब के रिश्तेदार थे। मनोहर सिंह जी को टिकट नहीं दी गई क्योंकि वो चन्नी साहब के भाई थे। तो कांग्रेस पार्टी ने आज ये सिद्ध कर दिया कि चन्नी साहब को इस्तेमाल कर कर, उनसे अपना काम निकलवाकर, अब ये कांग्रेस पार्टी के लोग चरणजीत सिंह चन्नी साहब को पहचानते भी नहीं हैं। चन्नी साहब को मुख्यमंत्री आज हम कह सकते हैं कि शायद सिर्फ दलित समाज के एससी भाईचारे के लोगों के वोट लेने के लिए इस्तेमाल किया गया था। मैं बड़े ध्यान से अपने शब्दों को चुन रहा हूं, इस्तेमाल किया गया था। लेकिन चन्नी साहब कि आज कांग्रेस पार्टी में इतनी भी नहीं वक़्त है, इतनी भी नहीं चलती कि वो अपने परिवार वालों के लिए 2 टिकटें ले सकें। ब्रह्म मोहिंद्रा साहब के बेटे को टिकट मिल जाती है, फतेहगढ़ साहब के मेंबर पार्लियामेंट अमर सिंह जी के बेटे को टिकट मिल जाती है, अवतार हेनरी साहब के बेटे को टिकट मिल जाती है। लेकिन सूबे के मुख्यमंत्री चरणजीत सिंह चन्नी साहब को कांग्रेस पार्टी, उनके ना भाई को, ना कुटुंब को, किसी को एक भी टिकट नहीं दी। यह दिखाता है कि कांग्रेस ने सिर्फ चन्नी साहब का इस्तेमाल किया, चन्नी साहब को यूज एंड थ्रो किया, और उनका मकसद सिर्फ एक समाज के वोट लेने का था,
एक समाज को अपीस करने का था। उनका मकसद असल में रिप्रेजेंटेशन देना, प्रतिनिधित्व देना नहीं था। कांग्रेस पार्टी का असली चेहरा आज पूरे एससी समाज भाईचारे के सामने, दलित भाईचारे के सामने आ गया है। हम सब के सामने कांग्रेस का असली चेहरा आ गया है। और मैं कहना चाहता हूं कि कांग्रेस पार्टी यह काम एक बार पहले महाराष्ट्र में भी कर चुकी है। आज से करीब 12-15 साल पहले उन्होंने ऐसे ही इलेक्शन से पहले, इलेक्शन से ठीक पहले दलित समाज का वोट लेने के लिए मात्र 2 से 4 महीनों के लिए, सिर्फ 2-4 महीनों के लिए सुशील कुमार शिंदे साहब को महाराष्ट्र का मुख्यमंत्री बनाया था और अगले ही इलेक्शन में उन्हें बदल दिया। ऐसा लगता है कि चरणजीत सिंह चन्नी साहब को एक नाइट वॉचमैन की तरह, क्रिकेट की भाषा में कहा जाता है नाइट वॉचमैन, नाइट वॉचमैन की तरह चरणजीत चन्नी साहब का इस्तेमाल कांग्रेस पार्टी ने किया है, यह आज साफ हो जाता है। यह भी लगता है कि शायद कांग्रेस पार्टी के अपने प्रधान नवजोत सिंह सिद्धू साहब खुद ही चन्नी साहब की कुछ खास इज्जत नहीं करते। वो प्रेस कॉन्फ्रेंस करते हैं तो प्रेस कॉन्फ्रेंस के पीछे जो बैनर लगाते हैं, उस बैनर में सूबे के मुख्यमंत्री, कांग्रेस पार्टी के मुख्यमंत्री की फोटो नहीं होती, उन्हीं की फोटो गायब हो जाती। रोजाना सिद्धू साहब चन्नी सरकार पे भ्रष्टाचार से लेकर निकम्मेपन के आरोप लगाते हैं, मिली भगत के आरोप लगाते हैं। तो कहीं ना कहीं यह साफ नजर आता है कि चन्नी साहब की कांग्रेस में चलती नहीं है, लेकिन कांग्रेस पार्टी ने वोट बैंक पॉलिटिक्स करते हुए चन्नी साहब का सिर्फ और सिर्फ इस्तेमाल किया, उन्हें यूज एंड थ्रो किया और उनका मकसद सिर्फ उनके समाज के वोट लेना था, असल में प्रतिनिधित्व देना नहीं था। आज ये साफ तौर पे पूरे पंजाब के, पूरे हिंदुस्तान के एससी भाईचारे के सामने ये बात खुल के निखर के आ गई। आपका कोई सवाल हो तो आप नहीं, हमारे कांटेक्ट में नहीं है। ना चन्नी साहब के भाई हमारे कांटेक्ट में है, ना चन्नी साहब के कुड़म हमारे कांटेक्ट में है, ना चन्नी साहब खुद हमारे कांटेक्ट में है। हमारे कांटेक्ट में कोई नहीं। मैं उस पर आता हूं, आई आंसर दैट। सर, हमने भी यही डिमांड करी आज। हमारी पार्टी के प्रधान सरदार भगवंत मान साहब ने इलेक्शन कमीशन से अपील करी है कि इलेक्शंस को कुछ दिनों के लिए आगे बढ़ाया जाए और लोकतंत्र में, डेमोक्रेसी में सबको वोट देकर अगली सरकार चुनने का अधिकार है। एक रिलीजियस फेस्टिवल के चलते अगर एक बहुत बड़ा समाज वोट नहीं डाल पाएगा, उसे सूबे के बाहर जाना पड़ेगा, तो वो वास्तव में एक डेमोक्रेटिक एक्सरसाइज नहीं होगी। मान साहब ने, आम आदमी पार्टी ने, हम सब ने ये मांग करी है इलेक्शन कमीशन से कि इलेक्शंस को कुछ दिनों के लिए आगे बढ़ाया जाए। ये आजू बागल का क्या मामला है कि उन्होंने आपके पार्टी के उम्मीदवार से आप पर आरोप? मुझे अभी प्रेस कॉन्फ्रेंस में आने से पहले ही ये बात पता लगी है। मैं अभी सारी जानकारी ले नहीं पाया हूं। जानकारी लेने के बाद इस पे डिटेल में अपनी बात रखूंगा। लेकिन कहीं ना कहीं ये नजर आता है कि एक बहुत ही गंदा खेल, एक षड्यंत्र कुछ लोग हमारे खिलाफ रच रहे हैं और आम आदमी पार्टी को हर सूरत में नुकसान पहुंचाने की कोशिशें करी जा रही हैं। मुझे बताया जा रहा है कि शायद कोई बड़े कांग्रेस के सीनियर नेता ने हमारे फिरोजपुर के कैंडिडेट को कॉल किया, उन्हें कहा कि आप छोड़िए, उन पर दबाव बनाया। अभी सारी जानकारियां कुछ ही देर में आपके सामने आएंगी। मैं इस प्रेस कॉन्फ्रेंस में इस पर ज्यादा नहीं कहूंगा, बस इतना कहूंगा कि एक बहुत गंदा खेल खेला जा रहा है आम आदमी पार्टी को रोकने के लिए और उनका मकसद सिर्फ एक है कि पंजाब में अच्छे स्कूल ना बने, पंजाब में वर्ल्ड क्लास हॉस्पिटल्स ना बने, पंजाब में लोगों को वर्ल्ड क्लास इलाज मुफ्त में ना मिले, पंजाब में बिजली 24 घंटे ना आए,
ये इनके मकसद हैं और ये पंजाब में अच्छी शिक्षा और अच्छे स्वास्थ्य व्यवस्थाओं को रोकना चाहते हैं। इसीलिए आम आदमी पार्टी के साथ ये कर रहे हैं। जो उन्होंने रीजंस दिए हैं, कोई बता रहा था, वो कह रहे हैं कि दिल्ली के ऑब्जर्वर प्रेशर बना रहे हैं कि होर्डिंग लगाओ, पोस्टर लगाओ, एलईडी लगाओ। हाँ, एलईडी लगाओ। अब पोस्टर, होर्डिंग, ये तो सारी पार्टियां कहती हैं लगाने के लिए, इलेक्शन का टाइम है। होर्डिंग पोस्टर तो हर कैंडिडेट को सारी पार्टियां ही कहती हैं कि जितनी ज्यादा वॉल पेंटिंग करा सकते हो कराओ, जितना प्रचार आप कर सकते हैं करिए। तो ये सारी बातें एक बहुत बड़े षड्यंत्र के ओर इशारा करती हैं। इस बारे में विस्तार से अभी थोड़ी देर में आम आदमी पार्टी आप सबके सामने अपनी बात रखेगी। मुझे अभी आते हुए बस बात पता लगी है, अभी थोड़ी सी देर में रखेगी। मुख्यमंत्री चरणजीत सिंह चन्नी ਦੇ ਭਰਾ ਨੂੰ ਟਿਕਟ ਦੇਣ ਦੇ ਹੱਕ 'ਚ ਜਾਂ ਉਸ ਦਾ ਵਿਰੋਧ ਕਰ ਰਹੇ ਹੋ? ਜਿਹੜੇ ਦੂਸਰੇ ਪਾਰਟੀ ਦੂਸਰੀ ਲੋਕਾਂ ਨੂੰ ਟਿਕਟ ਮਿਲੀ ਆ, ਤੁਸੀਂ ਉਸ ਦਾ ਵਿਰੋਧ ਕਰ ਰਹੇ ਹੋ ਲੇਕਿਨ ਤੁਸੀਂ ਵੀ ਸਪੋਰਟ ਕਰ ਰਹੇ ਹੋ? ਆਪਸ ਦੇ ਵਿੱਚ ਕਨਫਰੰਟ मैं बता रहा हूं, डॉक्टर मनोहर ऑलरेडी correct. to contest independently. I am going to answer. आम आदमी पार्टी open for it? No, Aam Aadmi Party is not open for any such thing. Aam Aadmi Party neither sympathizes with Channi Sahab nor is in favor of Congress giving ticket to any relative of Channi Sahab's family. We have merely said that it appears that Charanjit Singh Channi was used as a tool by the Congress party to appease votes and appease people of a particular caste community. Their aim was not to give them representation. Their aim was to use them for their vote bank politics, and that stands exposed with Congress's first list. That is the short point that we have made, and how Congress party has done the exact same thing in the past also. In Maharashtra, I am given to understand in the year 2003 or 2004, they did something similar, where Sushil Kumar Shinde Sahab was put in as a night watchman, as an interim chief minister for a few months, and removed immediately after the elections, only and only to woo votes of a particular caste community. That's my limit. कांग्रेस तो वन फैमिली वन टिकट का लॉजिक दे रही है। कहा, अब बताइए, फतेहगढ़ साहब के जो एमपी हैं उनको टिकट दी, वो तो सिटिंग मेंबर ऑफ पार्लियामेंट है अमर सिंह जी, उन्हीं के बेटे को फिर टिकट दे दी। राहुल गांधी भी लड़ते हैं, सोनिया गांधी भी लड़ती हैं, तो ये वन फैमिली वन टिकट कहां से हुआ? सर, अनिल जी ने ट्वीट किया है कि दिल्ली के पास जितने भी हमारे शहर हैं वो सब उसमें कोरोना के पेशेंट ज्यादा आ रहे हैं ड्यू टू दिल्ली के कारण। वो करेंगे कारण दिल्ली। इनको छोड़िए, ਅੱਛਾ ਰਾਘਵ ਜੀ, ਕਿਸਾਨ ਮੋਰਚੇ ਦੇ ਵਿੱਚ इन पे क्या जवाब देंगे? ਕਿਸਾਨਾਂ ਨੇ ਇਲੈਕਸ਼ਨ ਦੇ ਵਿੱਚ ਦੋ ਫਾੜ ਹੁੰਦੇ ਨਜ਼ਰ ਆ ਰਹੇ ਨੇ। ਜੋ ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਬਾਰਡਰਾਂ ਤੇ ਬੈਠਾ ਰਿਹਾ, ਤੇ ਹੁਣ ਪੰਜਾਬ ਦੇ ਵਿੱਚ ਇਲੈਕਸ਼ਨਾਂ ਦੇ ਕਾਰਨ ਦੋ ਫਾੜ ਦੇ ਵਿੱਚ ਹੁੰਦੇ ਨਜ਼ਰ ਆ ਰਹੇ ਨੇ। ਤੁਸੀਂ ਕੀ ਸੋਚਦੇ ਹੋ ਕਿ ਇਸ ਵੋਟ ਦਾ ਬੈਂਕ ਦਾ ਫਾਇਦਾ ਕਿਸ ਨੂੰ ਮਿਲਣ ਜਾ ਰਿਹਾ ਤੇ ਇਹਦਾ ਕਿੰਨਾ ਕੁ ਨੁਕਸਾਨ ਹੋਵੇਗਾ? वीर जी, मैं उन पर कोई बहुत ज़्यादा कमेंट नहीं करना चाहूँगा। मैं उन्हें बेस्ट विशेस देना चाहता हूँ। इलेक्शंस में सबको पार्टिसिपेट करने का हक है, भारत का संविधान देता है। तो मैं तो बस हाथ जोड़ के उनको ऑल द बेस्ट कहूँगा। मैदान जंग में मिलेंगे, इलेक्शन के मैदान में मिलेंगे। अब उनके साथ कितनी जत्थेबंदियाँ हैं, कितनी नहीं हैं, अलायंस हो रहा है नहीं हो रहा, टिकटें कैसे बांट रहे हैं, ये उनका निजी मसला है, पर्सनल इशू है। उस पे आम आदमी पार्टी और मैं बिल्कुल कुछ नहीं कहना चाहते, वो उनको हैंडल करने दीजिए। लास्ट क्वेश्चन है कि लास्ट टाइम अरविंद केजरीवाल says that we have already decided to announce Bhagwant Mann, but it was himself that he initiated this process to engage the public. That's a very good question. My question is that either the exercise will be followed or Aam Aadmi Party will think if any other name come up with the messages or the phone calls. Aam Aadmi Party has always been of the opinion that every important decision must be taken in consultation with the people. आम आदमी पार्टी का सदैव से ये विचार रहा है कि कोई भी बड़ा फैसला लेने से पहले जनता से रायशुमारी करी जाए। ये कोई आम आदमी पार्टी का मुख्यमंत्री नहीं बनने जा रहा है, ये पंजाब सूबे की आवाम का मुख्यमंत्री बनने जा रहा है, पूरे सूबे का मुख्यमंत्री बनने जा रहा है। इसीलिए उस शख्स के बारे में, वो कौन होना चाहिए, इस बारे में आम आदमी पार्टी ने एक फैसला लिया कि हम रायशुमारी करते हैं। लोगों के लाखों में रिस्पॉन्सेज आए हैं, 15 लाख से भी ज्यादा रिस्पॉन्सेज
आम आदमी पार्टी के फोन नंबर पर व्हाट्सएप मैसेज के जरिए, SMS के जरिए, वॉइस कॉल के जरिए आ चुके हैं और आम आदमी पार्टी की IT टीम बैठकर एक एक मैसेज को स्क्रूटनाइज कर रही है। उसके नतीजे क्या हैं वो कल आपको खुद आम आदमी पार्टी के प्रधान अरविंद केजरीवाल जी बताएंगे। हाँ तो बताएंगे ना, वही बताएंगे प्रधान साहब। हो सकता है कोई और है तो प्रधान साहब बताएंगे। सर अरविंद केजरीवाल जी कल आ रहे हाँ जी। ਸੋ ਜਿਹੜੀ ਬਾਕੀ ਟਿਕਟਾਂ ਰਹਿੰਦੀਆਂ ਨੇ ਉਹਨਾਂ ਦੇ ਵਿੱਚ ਕਿਸੇ ਹੋਰ ਜਿਹੜੇ ਪਾਰਟੀਆਂ ਤੋਂ ਛੱਡ ਕੇ ਜਾਂ ਕਾਂਗਰਸ ਤੋਂ ਨਾਰਾਜ਼ ਹੋਣਗੇ ਉਹਨਾਂ ਨੂੰ ਕਿਸੇ ਨੂੰ ਟਿਕਟ ਅਨਾਉਂਸ ਕੀਤੀ ਜਾ ਸਕਦੀ ਹੈ ਜਾਂ ਸਿਰਫ ਜਿਹੜੇ ਤੁਹਾਡੇ ਹੀ ਬੰਦੇ ਨੇ। सर अब तो 4 मेरे ख्याल से 4 सीटें रह गई हैं। एक लहरा रह गया है, खडूर साहब रह गया है, एक धूरी रह गया है। ਕਿਸੇ ਕਾਂਗਰਸ ਦੇ ਉਮੀਦਵਾਰ ਨੂੰ ਨਹੀਂ ਮਿਲਦੀ ਹੈਗੀ ਜਿਹੜੇ ਚਾਹਵਾਨ ਨੇ ਕਿ ਉਹਨਾਂ ਨੂੰ ਤੁਸੀਂ ਕਰ ਸਕਦੇ ਹੋ ਜੀ, ਲੈ ਸਕਦੇ ਹੋ। हमने इस बारे में अभी सोचा नहीं है। मुझे लगता है अगले 2 से 3 दिन में, मैक्सिमम 2 से 3 दिन में आम आदमी पार्टी अपनी 4 जो बची सीटें उनका नाम भी ऐलान कर देगी, बहुत जल्द कर देगी। सबसे पहले आम आदमी पार्टी अपने सारे उम्मीदवारों का ऐलान करेगी। आम आदमी पार्टी 2022 के इलेक्शन की इकलौती ऐसी पार्टी बनने जा रही है जो मुख्यमंत्री पद के नाम का उम्मीदवार कौन होगा, CM कैंडिडेट का ऑफिशियल अनाउंसमेंट करेगी। शिरोमणि अकाली दल ने नहीं किया ऑफिशियल अनाउंसमेंट, कांग्रेस पार्टी ने नहीं किया अनाउंसमेंट, बीजेपी ने नहीं किया अनाउंसमेंट, यहां तक कि संयुक्त समाज मोर्चे ने भी ऑफिशियल अनाउंसमेंट नहीं किया है। सिर्फ एक पार्टी 2022 के इलेक्शन में अपने CM कैंडिडेट का नाम ऐलान कर इलेक्शन लड़ेगी, वो है आम आदमी पार्टी। पंजाब के 2022 के इलेक्शंस एक बदलाव का इलेक्शन है। हम सब जब पूरे पंजाब में घूमते हैं, लोगों से बात करते हैं, लोग एक बात कहते हैं कि हम इन रिवायती पार्टियों से परेशान हो गए हैं, इनकी रिवायती सियासत से परेशान हो गए हैं। 1966 से लेकर आज तक 26 साल पंजाब पे कांग्रेस का राज रहा, 24 साल पंजाब पे अकाली दल का राज रहा। लोग परेशान हो गए हैं। इन दोनों पार्टियों ने पंजाब के खून चूस लिया, रेते बजरी से लेकर ट्रांसपोर्ट तक हर चीज में माफिया किया। अब लोग बदलाव चाहते हैं। अब लोग ना रिवायती पार्टियां चाहते हैं, ना रिवायती सियासतदान चाहते हैं। ये बदलाव का चुनाव है, इसलिए पूरा पंजाब एक आवाज में वीर जी कह रहा है, एक मौका केजरीवाल ਨੂੰ, ਇੱਕ ਮੌਕਾ ਆਮ ਆਦਮੀ ਪਾਰਟੀ ਨੂੰ। ਕੱਲ ਇੱਕ ਜਿਹੜਾ ਪਰਚਾ ਹੋਇਆ ਜੀ ਵਿਕਰਮ ਮਜੀਠੀਆ ਦੇ ਉੱਤੇ ਅੰਮ੍ਰਿਤਸਰ ਦੇ ਵਿੱਚ ਮੈਂ ਉਹਦੇ ਬਾਰੇ ਕੀ ਕਹਾਂ, मैं नहीं कुछ कह सकता। हो गया तो हो गया, ਤੁਹਾਡੇ ਤੇ ਵੀ ਇੱਥੇ ਹੋਇਆ ਸੀ ਨਾ ਜੀ ਖਰੜ। कोई गल नहीं, सर प्रोफेसर गुलवर्दी की लाइन लेके सर की स्टैंड उस पर बताएंगे आपको, अलग से बताएंगे। सर एजेंसियों की तरफ से ना खबर आ रही है कि पंजाब में ISI को बढ़ावा दिया जा रहा है, कहीं RDX पकड़ा जा रहा है, कहीं ग्रेनेड पकड़े जा रहे हैं, मतलब चुनाव से पहले ऐसी गतिविधियां हो रही हैं। लुधियाना में ब्लास्ट हो रहा है। देखिए पंजाब का, मैंने पहले भी कहा था, आप में से बहुत साथी मेरी पहले वाली प्रेस कॉन्फ्रेंस में थे, पंजाब का माहौल बिगाड़ने के लिए, पंजाब के लॉ एंड ऑर्डर को, कानून व्यवस्था को डिस्टर्ब किया जा रहा है। इलेक्शन से पहले बेअदबी की कोशिशें होती हैं, लुधियाना कोर्ट कॉम्प्लेक्स में ब्लास्ट होता है। अब कुछ खबरें आ रही हैं कि कहीं RDX मिल रहा है तो कहीं और इस टाइप के असला, बम, बारूद मिल रहे हैं। तो कहीं ना कहीं पंजाब में सुख शांति, भाईचारा, लॉ एंड ऑर्डर को खराब करने की कोशिशें की जा रही हैं। मैं पंजाब के लोगों को हाथ जोड़कर कहना चाहता हूं, बेनती करना चाहता हूं कि सिर्फ एक ही पार्टी है जो पंजाब को एक मजबूत सरकार दे सकती है, जो पंजाब में कानून व्यवस्था, लॉ एंड ऑर्डर बनाए और बरकरार रखे, और वो है आम आदमी पार्टी। इस बार पंजाब की सुख शांति के लिए, पंजाब के भाईचारे के लिए, पंजाब में कानून व्यवस्था बरकरार रहे, उसके लिए झाड़ू का बटन दबाकर आम आदमी पार्टी को वोट दीजिए। ਪੰਜਾਬ 'ਚ ਆਪ ਨੂੰ ਵੱਡਾ ਝਟਕਾ, ਫਿਰੋਜ਼ਪੁਰ ਦੇ ਉਮੀਦਵਾਰ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫਾ। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ। ਦਰਅਸਲ ਫਿਰੋਜ਼ਪੁਰ ਦਿਹਾਤੀ ਤੋਂ ਆਪ ਦੇ ਉਮੀਦਵਾਰ ਆਸ਼ੂ ਬੰਗੜ ਨੇ ਪਾਰਟੀ ਦੀ ਉਮੀਦਵਾਰੀ ਅਤੇ ਸਾਰੇ ਅਹੁਦਿਆਂ ਸਮੇਤ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਉਹਨਾਂ ਨੇ ਇਸ ਸੰਬੰਧੀ ਪਾਰਟੀ ਨੂੰ ਇੱਕ ਪੱਤਰ ਰਾਹੀਂ ਜਾਣੂ ਕਰਵਾਇਆ ਹੈ। ਅਸਤੀਫਾ ਦਿੰਦਿਆਂ ਹੋਇਆ ਉਹਨਾਂ ਵੱਲੋਂ ਆਪ ਤੇ ਗੰਭੀਰ ਇਲਜ਼ਾਮ ਵੀ ਲਗਾਏ ਗਏ ਹਨ। ਇੱਥੇ ਇੱਕੋ ਇੱਕ ਲੀਡਰ ਹੈ, ਉਹ ਹੈ ਰਾਘਵ ਚੱਡਾ, ਜਿਹੜਾ ਸਾਰੀ ਸਟੇਟਮੈਂਟ, ਸਾਰੇ ਬਿਆਨ ਦਿੰਦਾ ਹੈ। ਪਾਰਟੀ ਦਾ ਪ੍ਰਧਾਨ ਦਾ ਕੋਈ ਵਜੂਦ ਨਹੀਂ ਇੱਥੇ। ਜਿਨ੍ਹਾਂ ਨੇ ਲੰਬੇ ਸਮੇਂ ਤੋਂ ਪਾਰਟੀ ਲਈ ਧੱਕੇ ਖਾਧੇ, ਕੁਰਬਾਨੀਆਂ ਦਿੱਤੀਆਂ, ਉਹਨਾਂ ਬੰਦਿਆਂ ਦੀ ਕੋਈ ਪੁੱਛਗਿੱਛ ਨਹੀਂ। ਆਮ ਆਦਮੀ ਪਾਰਟੀ ਦੇ ਵਿੱਚ ਇੱਕ ਕੰਪਨੀ ਹੈ, ਆਮ ਆਦਮੀ ਪਾਰਟੀ ਨਹੀਂ ਹੈ। ਕਿਉਂਕਿ ਮੈਂ ਬੜਾ ਸਟ੍ਰੈਸ ਦੇ ਵਿੱਚ ਇਸ ਚੀਜ਼ ਨੂੰ ਫੀਲ ਕਰ ਰਿਹਾ ਕਿ ਆਮ ਆਦਮੀ ਪਾਰਟੀ
ਇੱਕ ਕੰਪਨੀ ਤੌਰ ਦੇ ਉੱਤੇ ਪੰਜਾਬ ਨੂੰ ਚਲਾਉਣਾ ਚਾਹੁੰਦੀ ਹੈ, ਉਹਦੀ ਇੱਕ ਜਿੱਦੀ ਜਾਦੀ ਮਿਸਾਲ ਮੈਂ ਖੁਦ ਆਪ ਹਾਂ। ਕਿਉਂਕਿ ਇੰਨਾ ਕੁ ਜ਼ਿਆਦਾ ਸਟ੍ਰੈਸ ਦਿੱਤਾ ਜਾ ਰਿਹਾ ਹੈ, ਇੰਨਾ ਕੁ ਟੌਰਚਰ ਕੀਤਾ ਜਾ ਰਿਹਾ ਹੈ ਕਿ ਤੁਹਾਡੇ ਟਿਕਟ ਕੱਟ ਦਿਆਂਗੇ, ਤੁਹਾਡਾ ਅਗਰ ਤੁਸੀਂ ਆਹ ਚੀਜ਼ਾਂ ਨਹੀਂ ਪੂਰੀਆਂ ਕਰੋਗੇ। ਸੋ ਇਸ ਕਰਕੇ ਮੈਂ ਆਮ ਆਦਮੀ ਪਾਰਟੀ ਤੋਂ ਅੱਜ ਆਪਣਾ ਅਸਤੀਫਾ ਦਿੰਦਾ ਹਾਂ, ਕਿਉਂਕਿ ਮੈਂ ਇੰਨਾ ਡਿਪਰੈਸ਼ਨ ਦੇ ਵਿੱਚ, ਟੌਰਚਰ ਦੇ ਵਿੱਚ ਕੰਮ ਨਹੀਂ ਕਰ ਸਕਦਾ। ਕਿਉਂਕਿ ਮੇਰੇ 'ਚ ਤਾਕਤ ਹੈ ਸੱਚ ਨੂੰ ਸੱਚ ਕਹਿਣ ਦੀ, ਝੂਠ ਨੂੰ ਝੂਠ ਬੋਲਣ ਦੀ। ਇਹਨਾਂ ਨੇ ਜਿਹੜਾ ਵੀ ਕੋਈ ਫੰਕਸ਼ਨ, ਕੋਈ ਵੀ ਕਿਸੇ ਤਰ੍ਹਾਂ ਦਾ ਈਵੈਂਟ ਆਉਂਦਾ ਹੈ ਸਾਡੇ ਤੇ, ਉਹ ਬੜਾ ਦਿੱਲੀ ਦੇ ਜਿਹੜੇ ਆਬਜ਼ਰਵਰ ਲੱਗੇ ਆ, ਇਹਨਾਂ ਦੀ ਬੋਲਬਾਣੀ ਇੰਨੀ ਗੰਦੀ ਹੈ ਕਿ ਤੁਹਾਨੂੰ ਮੈਂ ਦੱਸ ਨਹੀਂ ਸਕਦਾ। ਇਹਨਾਂ ਨੇ ਹਰ ਚੀਜ਼ ਨੂੰ ਪ੍ਰੈਸ਼ਰਾਈਜ਼ ਕਰਕੇ ਸਾਡੇ ਤੋਂ ਕੰਮ ਲਿਆ। ਹਰ ਜਗ੍ਹਾ ਦੇ ਉੱਤੇ ਸਾਨੂੰ ਦਬਾਇਆ ਗਿਆ। ਹਰ ਜਗ੍ਹਾ ਦੇ ਉੱਤੇ ਸਾਨੂੰ ਕੋਈ ਵੀ ਈਵੈਂਟ ਆ ਜਾਂਦਾ ਹੈ, ਆਪਣਾ ਪਾਰਟੀ ਦਾ ਨਾਮ ਚਮਕਾਉਣ ਕਰਕੇ ਹਰ ਬੰਦੇ ਨੂੰ ਮਿਸਯੂਜ਼ ਕੀਤਾ ਗਿਆ। ਸੋ ਇਸ ਕਰਕੇ ਮੈਂ ਅਗਲੀ ਜਿਹੜੀ ਪ੍ਰੈਸ ਕਾਨਫਰੰਸ ਕਰਾਂਗਾ ਉਹਦੇ 'ਚ ਬਹੁਤ ਵੱਡੇ ਖੁਲਾਸੇ ਕਰਾਂਗਾ। ਲੇਕਿਨ ਅੱਜ ਦਾ ਮੈਂ ਆਪਣੇ ਪਰਿਵਾਰ ਨਾਲ ਘਰੋਂ ਸਲਾਹ ਕਰਕੇ ਆਇਆ। ਇਹ ਜਿਹੜੀ ਮੇਰੀ ਸਟੇਟਮੈਂਟ ਹੈ, ਮੇਰਾ ਬਿਆਨ ਹੈ, ਕਿਸੇ ਵੀ ਪੋਲੀਟੀਕਲੀ ਪਾਰਟੀ ਦੇ ਦਬਾਅ 'ਚ ਨਹੀਂ ਹੈ। ਇਹ ਮੇਰਾ ਆਪ ਦਾ ਡਿਸੀਜ਼ਨ ਹੈ, ਕਿਉਂਕਿ ਮੈਂ ਹਲਕੇ ਦੇ ਜਿਹੜੇ ਮੇਨ ਮੁੱਦੇ ਹੈ ਉਹਨਾਂ 'ਤੇ ਗੱਲ ਕਰਨਾ ਚਾਹੁੰਦਾ। ਮੇਰੇ 'ਚ ਇਮਾਨਦਾਰੀ ਹੈ, ਮੈਂ ਇਮਾਨਦਾਰੀ ਨਾਲ ਕੰਮ ਕਰਨਾ ਚਾਹੁੰਦਾ। ਜੇ ਮੈਂ ਹਲਕੇ ਦੇ ਲੋਕਾਂ ਦੀ ਗੱਲ ਸੁਣ ਕੇ ਉੱਪਰ ਤੱਕ ਨਹੀਂ ਪਹੁੰਚਾ ਸਕਦਾ ਤੇ ਫਿਰ ਇਹੋ ਜਿਹੀਆਂ ਪੋਲੀਟਿਕਸ, ਇਹੋ ਜਿਹੀ ਰਾਜਨੀਤੀ ਕਰਨ ਦਾ ਕੋਈ ਫਾਇਦਾ ਨਹੀਂ। ਆਮ ਆਦਮੀ ਪਾਰਟੀ ਦੇ ਵਿੱਚ ਕੋਈ ਸੁਣਵਾਈ ਨਹੀਂ ਹੈ। ਇੱਕ ਡਿਸੀਜਨ ਮੇਕਰ ਹੈ, ਉਹ ਰਾਘਵ ਚੱਡਾ ਹੈ। ਉਹ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਕਹਿ ਦੇਵੇ, ਉਹਦੀ ਆਪ ਦੀ ਮਰਜ਼ੀ ਹੈ। ਇੱਥੇ ਕਿਸੇ ਦੀ ਕੋਈ ਨਹੀਂ ਚੱਲਦੀ। ਹਰ ਬੰਦਾ ਜਿਹੜਾ ਦਿੱਲੀ ਦਾ ਸਟਰਕਚਰ ਬਣਿਆ, ਇੱਕ ਦਬਾਅ, ਪ੍ਰੈਸ਼ਰ ਦੇ ਵਿੱਚ ਕੰਮ ਕਰ ਰਿਹਾ। ਜਿੰਨੇ ਵੀ ਉਮੀਦਵਾਰ ਐਲਾਨੇ ਗਏ ਆ, ਅੱਜ ਦੀ ਡੇਟ 'ਚ ਕੋਈ ਵੀ ਨਹੀਂ ਬੋਲਦਾ, ਕਿਉਂਕਿ ਸਭ ਨੂੰ ਟੈਨਸ਼ਨ ਹੈ ਕਿ ਸਾਡੀ ਟਿਕਟ ਨਾ ਕੱਟੀ ਜਾਵੇ। ਡਰ ਦੇ ਵਿੱਚ ਕੋਈ ਨਹੀਂ ਬੋਲ ਰਿਹਾ। ਲੇਕਿਨ ਮੈਂ ਇਹ ਚੀਜ਼ਾਂ ਪਹਿਲਾਂ ਵੀ ਕਰ ਸਕਦਾ ਸੀ, ਲੇਕਿਨ ਮੈਂ ਚਾਹੁੰਦਾ ਸੀ ਪੰਜਾਬ ਦੀ ਜਿਹੜੀ ਨੁਹਾਰ ਆ ਉਹ ਚੇਂਜ ਹੋਵੇ। ਇਹਨਾਂ ਨੇ ਕਿਸਾਨਾਂ ਨੂੰ ਵੀ ਆਪਣੇ ਆੜ 'ਚ ਲੈ ਲਿਆ, ਝੂਠੇ ਵਾਅਦੇ ਕੀਤੇ, ਤੇ ਅੱਜ ਰਾਘਵ ਚੱਡਾ ਕਹੀ ਜਾਂਦਾ ਕਿ ਸਾਡੇ ਜਿਹੜੇ ਕਿਸਾਨ ਆ ਉਹ ਬੀਜੇਪੀ ਨਾਲ ਰਲੇ ਆ। ਸੋ ਅਸੀਂ ਆਪਣੀਆਂ ਜ਼ਮੀਰਾਂ ਮਾਰ ਕੇ ਇਹੋ ਜਿਹਾ ਕੰਮ ਨਹੀਂ ਕਰਦਾ। ਮੈਂ ਠੁੱਡਾ ਮਾਰਦਾ ਇਹੋ ਜਿਹੀ ਐਮਐਲਏਸ਼ਿਪ ਨੂੰ, ਕਿਉਂਕਿ ਮੈਂ ਜੇ ਆਪਣੇ ਹਲਕੇ ਦੇ, ਆਪਣੇ ਨਾਲ ਦੇ ਬੰਦਿਆਂ ਦੇ ਕੰਮ ਨਹੀਂ ਕਰਾ ਸਕਦਾ ਤੇ ਫਿਰ ਇਹੋ ਜਿਹੇ ਕੰਮਾਂ ਨੂੰ ਲੈਣਾ ਵੀ ਕੀ ਕਰਕੇ। ਇਸ ਕਰਕੇ ਹਲਕੇ ਨੂੰ ਜਿਹੜੀ ਵੀ ਚੀਜ਼ ਅੱਗੇ ਆਉਂਦੀ, ਮੈਂ ਆਪਣੇ ਜਿਹੜੇ ਵੀ ਮੇਰੇ ਸਹਿਯੋਗੀ ਨੇ ਉਹਨਾਂ ਨਾਲ ਮੈਂ ਗੱਲਬਾਤ ਕਰਕੇ, ਬਾਕੀ ਮੈਂ ਇਹਦੇ ਵਿੱਚ ਸਾਰਾ ਕੁਝ ਕੀ ਕਾਜ਼ ਰਹੇ, ਮੇਰੇ ਕੀ ਰੀਜ਼ਨ ਹੈ, ਇਹਦੇ ਵਿੱਚ ਮੈਂ ਸਾਰਾ ਕੁਝ ਮੈਂਸ਼ਨ ਕੀਤਾ। ਇਹ ਤੁਹਾਨੂੰ ਮੈਂ ਪ੍ਰੈਸ ਨੋਟ ਦੇ ਕੇ ਜਾ ਰਿਹਾ। ਬਾਕੀ ਬਹੁਤ ਜਲਦੀ ਮੈਂ ਬਹੁਤ ਵੱਡਾ ਖੁਲਾਸਾ ਕਰਾਂਗਾ। ਔਰ ਮੈਂ ਆਪਣੇ ਪਰਿਵਾਰ ਔਰ ਆਪਣੇ ਪੂਰੇ ਹੋਸ਼ੋ-ਹਵਾਸ ਦੇ ਵਿੱਚ ਗੱਲ ਕਹਿ ਰਿਹਾ, ਕਿਸੇ ਵੀ ਪਾਰਟੀ ਨਾਲ ਮੇਰੇ 'ਤੇ ਪ੍ਰੈਸ਼ਰ ਨਹੀਂ। ਮੈਂ ਬਾਰ-ਬਾਰ ਫਿਰ ਦੱਸ ਰਿਹਾ। ਲੇਕਿਨ ਆਮ ਆਦਮੀ ਪਾਰਟੀ ਦੇ ਵਿੱਚ ਕੀ ਕੁਝ ਚੱਲ ਰਿਹਾ, ਮੈਂ ਅਗਲੀ ਪ੍ਰੈਸ ਕਾਨਫਰੰਸ ਕਰਕੇ ਤੁਹਾਨੂੰ ਜਲਦੀ ਹੀ ਇਹਦੇ ਬਾਰੇ ਦੱਸੂਗਾ। ਤੁਹਾਡੀ ਟਿਕਟ ਅਨਾਉਂਸ ਕਰ ਦਿੱਤੀ ਕਿ ਐਲਾਨੇ ਗਏ ਹੋ, ਇਸ ਟਾਈਮ ਜੇ ਤੁਸੀਂ ਇਸ ਪਾਰਟੀ ਨੂੰ ਛੱਡ ਰਹੇ ਹੋ, ਕੀ ਕਾਰਨ, ਵੱਡਾ ਕਾਰਨ ਕੀ ਹੈ ਜੀ? ਵੱਡਾ ਕਾਰਨ ਹੈ ਕਿ ਪ੍ਰੈਸ਼ਰਾਈਜ਼ ਬਹੁਤ ਕੀਤਾ ਜਾ ਰਿਹਾ ਜੀ। ਜਿਹੜਾ ਇਹ ਕੰਪਨੀ ਇਸ ਤਰੀਕੇ ਨਾਲ ਚਲਾਈ ਜਾ ਰਹੀ ਹੈ ਵੀ ਤੁਸੀਂ ਇੰਨੇ ਹਜ਼ਾਰ ਪੋਸਟਰ ਲਵਾ ਦਿਓ, ਇੰਨੇ ਹਜ਼ਾਰ ਆਹ ਕਰ ਦਿਓ, ਇੰਨੀ ਹਜ਼ਾਰ ਫਲੈਕਸਾਂ ਲਵਾ ਲਓ, ਇੰਨੀਆਂ LCD ਲਵਾ ਦਿਓ। ਕਿਉਂਕਿ ਜੇ ਮੈਂ ਇੰਨਾ ਲੱਖਾਂ ਕਰੋੜਾਂ ਰੁਪਇਆ ਲਗਾ ਕੇ ਮੈਂ ਆਪਣੇ ਆਪ ਨੂੰ ਪ੍ਰਮੋਸ਼ਨ ਕਰਕੇ ਜਿਤਾਉਣਾ, ਤੇ ਉਹ ਪੈਸਾ ਮੈਂ ਕਿੱਥੋਂ ਵਸੂਲ ਕਰੂੰਗਾ? ਕਿ ਪਾਰਟੀ ਤੁਸੀਂ ਹੁਣ ਪਾਰਟੀ ਛੱਡ ਰਹੇ ਹੋ ਕਿ ਮੈਂ ਪਾਰਟੀ ਤੋਂ ਨਾਮ ਲੜ ਰਹੇ ਹੋ ਕਿਸੇ ਹੋਰ ਪਾਰਟੀ ਤੋਂ, ਜਾਂ ਹਾਲੇ ਕੋਈ ਡਿਸੀਜਨ ਨਹੀਂ। ਮੈਂ ਘਰ ਜਾ ਕੇ ਜਿਹੜੇ ਮੇਰੇ ਪਾਰਟੀ ਦੇ ਨਾਲ ਜਿਹੜੇ ਬੰਦੇ ਮੇਰੇ ਨਾਲ ਐਸੋਸੀਏਟ ਹੈਗੇ, ਇੱਕ ਮੀਟਿੰਗ ਰੱਖੀ ਹੈ। ਮੈਂ ਇੱਕ ਜਗ੍ਹਾ ਦੇ ਉੱਤੇ ਬੈਠ ਕੇ ਅਸੀਂ ਵਿਚਾਰ ਕਰਾਂਗੇ ਅਗਲੀ ਵਿਚਾਰਧਾਰਾ ਕਿਸ ਤਰੀਕੇ ਦੀ ਹੈ। ਫਿਰ ਜਿਸ ਤਰ੍ਹਾਂ ਵੀ ਉਹ ਕਹਿਣਗੇ ਉਸ ਤਰੀਕੇ ਨਾਲ ਡਿਸਾਈਡ ਕਰਕੇ ਜਲਦੀ ਹੀ ਤੁਹਾਡੇ ਨਾਲ ਫਿਰ ਦੁਬਾਰਾ ਇੱਕ ਕਰਕੇ ਪਲੀਜ਼। ਰਿਜ਼ਾਈਨ ਫਾਈਨਲ ਹੈ? ਰਿਜ਼ਾਈਨ ਫਾਈਨਲ ਹੈ ਜੀ, ਰਿਜ਼ਾਈਨ ਲੈ ਕੇ ਆਇਆ ਮੈਂ। ਆਸ਼ੀਸ਼ ਦੱਸਿਆ ਜਾ ਰਿਹਾ ਕਿ ਤੁਹਾਡੇ ਵੱਲੋਂ ਜਿਹੜੀ ਕਰੋੜਾਂ ਦੇ ਰੁਪਏ ਲੈ ਕੇ ਟਿਕਟ ਲਿੱਤੀ ਗਈ ਹੈ, ਕੀ ਸੱਚਾਈ ਹੈ? ਆਮ ਆਦਮੀ ਪਾਰਟੀ ਮੈਂ ਤੁਹਾਡੇ ਇਸ ਚੈਨਲ ਦੇ ਮਾਧਿਅਮ ਰਾਹੀਂ ਪ੍ਰੈਸ ਕਾਨਫਰੰਸ ਕਰ ਰਿਹਾ ਕਿ 1 ਰੁਪਏ ਦਾ ਕੋਈ ਘੁਟਾਲਾ ਕਰਦੇ, ਮੈਂ ਰਾਜਨੀਤੀ ਛੱਡ ਰਿਹਾ। ਮੈਂ ਦੱਸ ਰਿਹਾ 1 ਰੁਪਏ ਦਾ ਕੋਈ ਪ੍ਰੂਫ ਕਰਦੇ, 1 ਰੁਪਏ ਦਾ ਕੋਈ ਪ੍ਰੂਫ ਕਰਦੇ ਕਿ ਮੈਂ ਪੈਸੇ ਦੇ ਕੇ ਟਿਕਟ ਲੈ ਕੇ ਆਇਆ, ਮੈਂ ਰਾਜਨੀਤੀ ਛੱਡ ਦੂੰ। ਤੁਹਾਡੇ ਇੱਧਰ ਪੈਸੇ ਲਵਾਈ ਜਾਂਦੇ ਹੁਣ? ਮੈਂ ਤੁਹਾਨੂੰ ਦੱਸਿਆ ਵੀ ਉਹ ਗੱਲਾਂ ਅਗਲੇ ਟਾਈਮ ਦੇ ਵਿੱਚ ਕਰਾਂਗੇ। ਕਿਉਂਕਿ ਪ੍ਰੈਸ਼ਰਾਈਜ਼ ਕੌਣ ਕਰ ਰਿਹਾ ਹੈਗਾ ਤੁਹਾਨੂੰ? ਪਾਰਟੀ ਦੇ ਜਿਹੜੇ ਦੇਖੋ ਦਿੱਲੀ ਦੇ ਲਗਾਏ ਹੋਏ ਆਬਜ਼ਰਵਰ ਹੈ, ਬੜੀਆਂ ਪ੍ਰੈਸ਼ਰਾਈਜ਼ ਹੈ, ਉਹ ਟਾਈਮ ਨਹੀਂ ਦੇਖੇ, ਸਿਸਟਮ ਨਹੀਂ ਦੇਖਦੇ। ਕਿਉਂਕਿ ਰਾਜਨੀਤੀ ਕਰਨੀ, ਉਹ ਦੇਖੋ ਜੀ, ਉਹ ਟਾਈਮ ਦੇ ਉੱਤੇ ਤੁਹਾਨੂੰ ਖੁਲਾਸਾ ਕਰਾਂਗੇ। ਤੁਹਾਨੂੰ ਦੱਸਿਆ ਕਿ ਮੈਂ ਅਗਲੀ ਪ੍ਰੈਸ ਕਾਨਫਰੰਸ ਜਲਦੀ ਕਰਾਂਗਾ। ਉਹਦੇ ਵਿੱਚ ਤਰੀਕੇ ਨਾਲ ਵੀ ਮਤਲਬ ਮੈਂ ਇਸ ਗੱਲ ਨੂੰ ਲੈਂਦੀ ਹੈ, ਮੈਨੂੰ ਉਹਦਾ ਕੋਈ ਇਤਰਾਜ਼ ਨਹੀਂ। ਲੇਕਿਨ ਮੈਂ ਲੋਕਾਂ ਦੀ ਕਚਹਿਰੀ 'ਚ ਲੋਕਾਂ ਦੇ ਨਾਲ ਰਹਿਣਾ ਚਾਹੁੰਦਾ, ਕਿਉਂਕਿ ਮੈਂ ਚਾਹੁੰਦਾ ਤਾਂ ਪਹਿਲਾਂ ਵੀ ਛੱਡ ਸਕਦਾ ਸੀਗਾ, ਪਰ ਟਿਕਟ ਲੈ ਕੇ ਛੱਡਣਾ ਬਹੁਤ ਵੱਡੀ ਗੱਲ ਹੈ। ਇਸ ਕਰਕੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਜਲਦੀ ਹੀ ਬਹੁਤ ਸਾਰੇ ਖੁਲਾਸੇ ਕਰਾਂਗਾ। ਥੈਂਕ ਯੂ। ਲਓ ਜੀ, ਚੋਣ ਕਮਿਸ਼ਨ ਦਾ ਐਲਾਨ, ਪੰਜਾਬ 'ਚ ਹੁਣ 14 ਦੀ ਥਾਂ 20 ਫਰਵਰੀ ਨੂੰ ਪੈਣਗੀਆਂ ਵੋਟਾਂ।
ਪੰਜਾਬ ਦੇ ਵਿੱਚ ਅਗਲੇ ਮਹੀਨੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਦਰਅਸਲ ਪੰਜਾਬ ਵਿਧਾਨ ਸਭਾ ਚੋਣਾਂ ਦੀ ਤਾਰੀਖ ਬਦਲ ਦਿੱਤੀ ਗਈ ਹੈ। ਪੰਜਾਬ ਦੇ ਵਿੱਚ ਹੁਣ 14 ਨਹੀਂ ਸਗੋਂ 20 ਫਰਵਰੀ ਨੂੰ ਵੋਟਾਂ ਪਾਈਆਂ ਜਾਣਗੀਆਂ। ਚੋਣ ਕਮਿਸ਼ਨ ਨੇ ਆਖਰਕਾਰ ਪੰਜਾਬ ਵਿਧਾਨ ਸਭਾ ਚੋਣਾਂ ਦੀ ਤਾਰੀਖ ਬਦਲ ਹੀ ਦਿੱਤੀ। ਸੰਤ ਰਵਿਦਾਸ ਜਯੰਤੀ ਕਾਰਨ ਲਗਭਗ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਚੋਣਾਂ ਦੀ ਤਾਰੀਖ ਬਦਲਣ ਦੀ ਮੰਗ ਕੀਤੀ ਗਈ ਸੀ। ਵੋਟਾਂ ਦੀ ਮਿਤੀ ਇੱਕ ਹਫ਼ਤਾ ਅੱਗੇ ਵਧਾਉਣ ਦੀ ਮੰਗ ਕੀਤੀ ਗਈ ਸੀ। ਦੱਸ ਦਈਏ ਕਿ ਚੋਣ ਕਮਿਸ਼ਨ ਨੇ ਸੋਮਵਾਰ ਨੂੰ ਇਸ ਮੁੱਦੇ ਤੇ ਅਹਿਮ ਬੈਠਕ ਕੀਤੀ ਸੀ। ਇਸ ਮੀਟਿੰਗ ਵਿੱਚ ਸੀਐਮ ਚਰਨਜੀਤ ਚੰਨੀ, ਬਸਪਾ, ਬੀਜੇਪੀ ਅਤੇ ਪੰਜਾਬ ਲੋਕ ਕਾਂਗਰਸ ਪਾਰਟੀ ਦੇ ਪੱਤਰ ਤੇ ਚਰਚਾ ਕੀਤੀ ਗਈ। ਸਾਰਿਆਂ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਗੁਰੂ ਰਵਿਦਾਸ ਜਯੰਤੀ ਦੇ ਮੱਦੇਨਜ਼ਰ ਵੋਟਾਂ ਪਾਉਣ ਦੀ ਮਿਤੀ ਵਧਾਉਣ ਦੀ ਮੰਗ ਕੀਤੀ ਸੀ। ਸਾਰੀਆਂ ਪਾਰਟੀਆਂ ਨੇ ਚੋਣ ਕਮਿਸ਼ਨ ਨੂੰ ਵੱਖ-ਵੱਖ ਪੱਤਰ ਲਿਖੇ ਸਨ। ਬਹੁਜਨ ਸਮਾਜ ਪਾਰਟੀ ਨੇ ਵੀ ਇਹ ਮੰਗ ਚੁੱਕੀ ਸੀ। ਇਹ ਸਨ ਅੱਜ ਦੀਆਂ ਮੁੱਖ ਖਬਰਾਂ। ਮੈਨੂੰ ਮਨਪ੍ਰੀਤ ਕੌਰ ਨੂੰ ਦਿਓ ਇਜਾਜ਼ਤ ਤੇ ਹੋਰ ਵਧੇਰੇ ਖਬਰਾਂ ਲਈ ਜੁੜੇ ਰਹੋ ਇੰਡੀਆ ਪਲੱਸ USA ਦੇ ਨਾਲ। ਸਤਿ ਸ਼੍ਰੀ ਅਕਾਲ।